ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ। ਗੁਰ ਨਾਨਕ ਕੀ ਵਡਿਆਈ, ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਅਪਰਾਧੀ ਤਰਿਆਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਭਾਸ ਨਾ ਪਰਿਆਰੇ, ਜਿਹ ਠਾਕੁਰ ਸੋ ਪ੍ਰਸੰਨ ਭਇਓ। ਸਤ ਸੰਗਤ ਤਿਹ ਪਿਆਰ, ਹਰ ਗੁਰ ਨਾਨਕ ਜਿਨ ਪਰਸਿਓ। ਤਿਨ ਸਭ ਕੁਲ ਕੀਓ ਉਧਾਰ। ਵਾਲੀਏ ਕੋ ਲਾਲਮ ਗੁਰਤਾ ਗੱਦੀ ਤੇ ਬਿਰਾਜਮਾਨ, ਜ਼ਾਹਰਾ ਜਹੂਰ ਹਾਜ਼ਰਾ ਹਜੂਰ। ਸਰਬ ਕਲਾ ਭਰਪੂਰ, ਸਰਬ ਜੀਆਂ ਕੇ ਦਾਤੇ ਪ੍ਰਤਪਾਲਕ। ਦਿਆਲੂ ਕਿਰਪਾਲੂ ਬਖਸ਼ਿੰਦ ਸਤਿਗੁਰੂ। ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਸ਼ਬਦ ਗੁਰੂ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਗੋਦ ਵਿੱਚ ਬਿਰਾਜਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਸਭ ਬਹੁਤ ਵਡਭਾਗੇ ਹਾਂ। ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਨਗਰ ਸਿੰਘੋ ਕੇ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਪ੍ਰਬੰਧਕ ਜਨਾਂ ਨੇ ਜਗਤ ਗੁਰੂ ਸਿੱਖ ਧਰਮ ਦੇ ਬਾਨੀ ਅਕਾਲ ਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਆਯੋਜਿਤ ਕੀਤੇ ਹਨ। ਬੜੇ ਹੀ ਪ੍ਰੇਮ ਭਾਵਨਾ ਦੇ ਨਾਲ, ਜਿੱਥੇ ਆਪ ਜੀ ਗੁਰੂ ਚਰਨਾਂ ਦੇ ਵਿੱਚ ਕਈ ਪ੍ਰਕਾਰ ਦੀਆਂ ਸੇਵਾਵਾਂ ਨਿਭਾ ਰਹੇ ਹੋ, ਉੱਥੇ ਸਤਿਗੁਰੂ ਜੀ ਦੀ ਪਾਵਨ ਗੋਦ ਦੇ ਵਿੱਚ ਜੁੜ ਬੈਠ ਕੇ ਗੁਰਬਾਣੀ ਹਰ ਜਸ ਸਰਵਣ ਕਰਕੇ ਮਾਲਕ ਵੱਲੋਂ ਬਖਸ਼ਿਸ਼ ਇਸ ਮਨੁੱਖਾ ਦੇਹੀ ਨੂੰ ਸਫਲਿਆਂ ਕਰ ਰਹੇ ਹੋ। ਦਾਸ ਤੋਂ ਪਹਿਲਾਂ ਆਪ ਜੀ ਨੇ ਭਾਈ ਸਾਹਿਬ ਜੀ ਦੇ ਪਾਸੋਂ ਬਹੁਤ ਹੀ ਭਾਵਪੂਰਵਕ ਗੁਰੂ ਸਾਹਿਬ ਜੀ ਦੇ ਜਸ ਵਿੱਚ ਕਵਿਸ਼ਤੀ ਸਰਵਣ ਕੀਤੀ ਹੈ। ਆਓ ਇਸੇ ਤਰ੍ਹਾਂ ਕੁਝ ਸਮਾਂ ਮਨੋਬਿਰਤੀਆਂ ਦੀ ਇਕਾਗਰਤਾ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ। ਇੱਕ ਵਾਰੀ ਸਾਰੀ ਸੰਗਤ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਤੋਂ ਸਾਨੂੰ ਇਹ ਜੀਵਾਂ ਨੂੰ ਇਸ ਧਰਤੀ ਦੇ ਉੱਤੇ ਬਣਾਇਆ, ਪੈਦਾ ਕੀਤਾ, ਤੇ ਸਮੇਂ-ਸਮੇਂ ਤੇ ਵਾਹਿਗੁਰੂ ਨੇ ਜਿੱਥੇ ਸਾਨੂੰ ਬੇਅੰਤ ਦਾਤਾਂ ਦੇ ਨਾਲ, ਬਖਸ਼ਿਸ਼ਾਂ ਦੇ ਨਾਲ ਨਵਾਜਿਆ, ਉੱਥੇ ਸਾਨੂੰ ਆਤਮਿਕ ਸੂਝ ਬਖਸ਼ਣ ਵਾਸਤੇ, ਸਾਡੇ ਭਲੇ, ਸਾਡੇ ਜੀਵਨ ਦੀ ਕਲਿਆਣ, ਜੀਵਨ ਦੇ ਮਨੋਰਥ ਦੀ ਸੋਝੀ ਵਾਸਤੇ ਬਹੁਤ ਸਾਰੇ ਰੱਬੀ ਪੁਰਸ਼, ਔਲੀਏ, ਅਵਤਾਰ ਇਸ ਸੰਸਾਰ ਦੇ ਵਿੱਚ ਭੇਜੇ। ਪਰ ਜਿਸ ਵੇਲੇ ਇਸ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਕਲਯੁਗ ਦਾ ਪ੍ਰਭਾਵ ਵੱਧ ਗਿਆ,
ਧਰਮ ਨਾਂ ਦੀ ਕੋਈ ਚੀਜ਼ ਨਾ ਰਹੀ, ਹਰ ਪਾਸੇ ਕੂੜ ਹੀ ਕੂੜ ਪ੍ਰਧਾਨ ਹੋ ਗਿਆ। ਸਾਰੇ ਪਾਸੇ ਜੀਵ ਪਾਪਾਂ, ਵਿਸ਼ੇ ਵਾਸ਼ਨਾ, ਵਿਕਾਰਾਂ ਦੇ ਵਿੱਚ ਗ੍ਰਸੇ ਹੋਏ। ਬਹੁਤ ਜ਼ਿਆਦਾ ਦੁੱਖ ਸਾੜਦੇ ਸਨ। ਉਸ ਵੇਲੇ ਧਰਤੀ ਨੇ, ਧਰਤੀ ਦੇ ਜੀਵਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਕਿਰਪਾ ਕਰ, ਮੇਰੇ ਉੱਤੇ ਹੁਣ ਪਾਪਾਂ ਦਾ ਭਾਰ ਬਹੁਤ ਜ਼ਿਆਦਾ ਵੱਧ ਚੁੱਕਾ ਏ ਤੇ ਮੈਂ ਇਸ ਪਾਪਾਂ ਦੇ ਭਾਰ ਨੂੰ ਸਹਾਰ ਨਹੀਂ ਸਕਦੀ। ਤੂੰ ਮਿਹਰ ਕਰਕੇ ਮੇਰੇ ਇਸ ਪਾਪਾਂ ਦੇ ਭਾਰ ਨੂੰ ਨਿਵਰਤ ਕਰ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ ਕਿ ਧਰਤੀ ਨੂੰ ਪੁੱਛਿਆ ਗਿਆ ਕਿ ਤੈਨੂੰ ਸਭ ਤੋਂ ਵੱਧ ਭਾਰ ਕਿਸ ਦਾ ਲੱਗਦਾ ਏ? ਤੈਨੂੰ ਇਹ ਜਿਹੜੇ ਬਹੁਤ ਵੱਡੇ ਵੱਡੇ ਪਰਬਤ ਨੇ ਇਹਨਾਂ ਦਾ ਬਹੁਤ ਜ਼ਿਆਦਾ ਭਾਰ ਲੱਗਦਾ ਏ, ਜਾਂ ਬਹੁਤ ਸਾਰੇ ਇੱਥੇ ਰੁੱਖ ਨੇ, ਬਿਰਛ ਨੇ ਬੜੇ ਬੜੇ ਵੱਡੇ, ਉਹਨਾਂ ਦਾ ਭਾਰ ਹੈ, ਜਾਂ ਨਦੀਆਂ ਨਾਲਿਆਂ ਦਾ ਭਾਰ ਹੈ, ਜਾਂ ਜਿਹੜੇ ਅਣਗਿਣਤ ਜੀਵ ਇਸ ਧਰਤੀ ਦੇ ਉੱਤੇ ਫਿਰ ਰਹੇ ਨੇ ਉਹਨਾਂ ਦਾ ਭਾਰ ਹੈ। ਤਾਂ ਧਰਤੀ ਨੇ ਅੱਗੋਂ ਜਵਾਬ ਦਿੱਤਾ ਕਿ ਨਾ ਤਿਸ ਭਾਰੇ ਪਰਬਤਾਂ ਅਸਮਾਨ ਕਹੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ। ਕਹਿੰਦੇ ਇਹਨਾਂ ਸਾਰਿਆਂ ਵਿੱਚੋਂ ਮੈਨੂੰ ਕਿਸੇ ਦਾ ਭਾਰ ਨਹੀਂ, ਤੇ ਫਿਰ ਭਾਰ ਕਿਹਦਾ ਏ? ਕਹਿਣ ਲੱਗੇ ਧਰਤੀ ਨੇ ਕਿਹਾ ਭਾਰੇ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ। ਜੇ ਕਿਤੇ ਮੈਨੂੰ ਕਿਸੇ ਚੀਜ਼ ਦਾ ਭਾਰ ਹੈ ਤੇ ਉਹ ਹੈ ਕਿ ਜਿਹੜੇ ਅਕਿਰਤ ਘਣ ਹਨ। ਅਕਿਰਤ ਘਣ ਕਹਿੰਦੇ ਆ ਜਿਹੜਾ ਕਿਸੇ ਦੇ ਪਰਉਪਕਾਰ ਨੂੰ, ਕੀਤੇ ਹੋਏ ਭਲੇ ਨੂੰ ਵਿਸਾਰ ਦਵੇ, ਉਸ ਜੀਵ ਦਾ ਮੈਨੂੰ ਸਭ ਤੋਂ ਵੱਧ ਭਾਰ ਹੈ। ਇਸ ਕਰਕੇ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਉਸ ਸਮੇਂ ਸਾਰੇ ਜੀਵ ਅਕਾਲ ਪੁਰਖ ਵਾਹਿਗੁਰੂ ਦੇ ਪਰਉਪਕਾਰਾਂ ਨੂੰ, ਉਹਦੀਆਂ ਬਖਸ਼ਿਸ਼ਾਂ ਨੂੰ ਵਿਸਾਰ ਕੇ ਤੇ ਸਾਰੇ ਪਾਪਾਂ ਵਿਕਾਰਾਂ ਦੇ ਵਿੱਚ ਗ੍ਰਸਤ ਹੋ ਚੁੱਕੇ ਸਨ। ਉਹ ਸਮੇਂ ਦੀ ਹਾਲਤ ਨੂੰ ਗੁਰੂ ਸਾਹਿਬ ਜੀ ਨੇ ਬਿਆਨ ਵੀ ਕੀਤਾ ਹੈ ਬਾਣੀ ਦੇ ਵਿੱਚ ਕਿ ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਿਹ ਚੜਿਆ। ਕਿ ਕਲਯੁਗ ਦੇ ਵਿੱਚ ਜਿਹੜਾ ਸਮਾਂ ਸੀ ਨਾ, ਉਹਦੇ ਚ ਰਾਜੇ ਜਿਹੜੇ ਸਨ ਉਹ ਕਸਾਈ ਬਣ ਗਏ, ਧਰਮ ਖੰਭ ਲਾ ਕੇ ਉੱਡ ਗਿਆ। ਕੂੜ ਜਿਹੜਾ ਸੀ, ਜਿਵੇਂ ਮੱਸਿਆ ਦੀ ਰਾਤ ਦੇ ਵਿੱਚ ਸਾਰੇ ਪਾਸੇ ਹਨੇਰਾ ਹੁੰਦਾ, ਇਸੇ ਤਰ੍ਹਾਂ ਝੂਠ ਹੀ ਝੂਠ ਪਰਬਲ ਸੀ। ਤੇ ਜਿਵੇਂ ਮੱਸਿਆ ਦੀ ਰਾਤ ਦੇ ਵੇਲੇ ਚੰਦਰਮਾ ਦਿਖਾਈ ਨਹੀਂ ਦਿੰਦਾ, ਇਸ ਤਰ੍ਹਾਂ ਸੱਚ ਕਿਤੇ ਨਜ਼ਰ ਨਹੀਂ ਸੀ ਆਉਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ। ਤੋ ਇਸ ਤਰ੍ਹਾਂ ਦੀ ਜਦੋਂ ਸਾਰੇ ਪਾਸੇ ਹਾਲਤ ਬਣੀ ਹੋਈ ਤੇ ਫਿਰ ਮਾਲਕ ਦੇ ਦਰ ਤੇ ਇਹ ਪੁਕਾਰ ਗਈ ਹੋਈ ਉਸ ਵੇਲੇ ਹੋਈ ਕਿ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਮੇਦਨੀ ਕਹਿੰਦੇ ਆ ਸਾਧ ਸੰਗਤ ਜੀ ਧਰਤੀ ਨੂੰ, ਕਹਿੰਦੇ ਧਰਤੀ ਨੇ ਪਾਪਾਂ ਨਾਲ ਭਰੀ ਹੋਈ ਨੇ ਅਰਦਾਸ ਕੀਤੀ ਲਿਵ ਲਾ ਕੇ ਵਾਹਿਗੁਰੂ ਦੇ ਚਰਨਾਂ ਵਿੱਚ। ਤੇ ਮਹਾਰਾਜ ਕਹਿੰਦੇ ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਸੱਚੇ ਅਕਾਲ ਪੁਰਖ ਵਾਹਿਗੁਰੂ ਨੇ ਉਹ ਪੁਕਾਰ ਸੁਣੀ ਤੇ ਧਰਤੀ ਨੂੰ ਧੀਰਜ ਦਿੱਤਾ ਕਿ ਤੂੰ ਧੀਰਜ ਰੱਖ, ਮੈਂ ਤੇਰਾ ਕਲਿਆਣ ਕਰਾਂਗਾ, ਤੇਰੇ ਪਾਪਾਂ ਦਾ ਭਾਰ ਨਿਵਰਤ ਕਰਾਂਗਾ। ਤੇ ਉਹ ਅਰਦਾਸ ਨੂੰ ਪ੍ਰਵਾਨ ਕਰਕੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰੂਪ ਦੇ ਵਿੱਚ ਆਪ ਇਸ ਸੰਸਾਰ ਦੇ ਉੱਤੇ ਪ੍ਰਗਟ ਹੋਏ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਬਚਨ ਨੇ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਾਇਓ। ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋਤ ਰੂਪ ਜਿਹੜਾ ਹਰੀ ਹੈ ਉਹ ਆਪ ਹੀ ਗੁਰੂ ਨਾਨਕ ਕਾਇਆ ਹੈ। ਇਸੇ ਕਰਕੇ ਤੇ ਮਹਾਰਾਜ ਬਚਨ ਕਰਦੇ ਨੇ
ਕਿ ਦੁਨਿਆਵੀ ਗਿਣਤੀ ਦੇ ਅਨੁਸਾਰ ਭਾਵੇਂ ਗੁਰੂ ਨਾਨਕ ਸਾਹਿਬ ਜੀ ਦਾ ਜਨਮ 1469 ਈਸਵੀ ਦੇ ਵਿੱਚ ਹੋਇਆ ਏ, ਪਰ ਗੁਰੂ ਨਾਨਕ ਸਾਹਿਬ ਜੀ ਦੇ ਵਾਸਤੇ ਇੱਕ ਸ਼ਬਦ ਵਰਤਿਆ ਏ ਭਾਈ ਗੁਰਦਾਸ ਜੀ ਨੇ ਕਿ ਸਤਿਗੁਰ ਨਾਨਕ ਪ੍ਰਗਟਿਆ। ਤੇ ਪ੍ਰਗਟਿਆ ਸ਼ਬਦ ਵਰਤਿਆ, ਜਨਮ ਨਹੀਂ ਵਰਤਿਆ ਵੀ ਗੁਰੂ ਨਾਨਕ ਸਾਹਿਬ ਜੀ ਜਨਮੇ ਨਹੀਂ, ਪ੍ਰਗਟ ਹੋਏ ਨੇ। ਜਿਹਦਾ ਜਨਮ ਹੁੰਦਾ ਏ ਉਹਦੀ ਮੌਤ ਹੁੰਦੀ ਹੈ, ਪਰ ਜਿਹੜਾ ਪ੍ਰਗਟ ਹੁੰਦਾ ਏ ਉਹ ਕਦੀ ਬਿਨਸਦਾ ਨਹੀਂ ਹੈ। ਤੇ ਪ੍ਰਗਟ ਉਹ ਹੁੰਦਾ ਜਿਹੜਾ ਪਹਿਲਾਂ ਹੀ ਹੋਵੇ। ਜਿਵੇਂ ਧਰਤੀ ਦੇ ਵਿੱਚ ਪਾਣੀ ਪਹਿਲਾਂ ਹੀ ਹੈ, ਜਦੋਂ ਦੀ ਸ੍ਰਿਸ਼ਟੀ ਬਣੀ ਹੈ ਪਰਮਾਤਮਾ ਨੇ ਧਰਤੀ ਥੱਲੇ ਪਾਣੀ ਰੱਖ ਦਿੱਤਾ ਏ। ਜਦੋਂ ਕੋਈ ਉੱਥੇ ਬੋਰ ਕਰਦਾ, ਕੋਈ ਨਲਕਾ ਮੋਟਰ ਲਾਉਂਦਾ ਏ, ਉਹ ਪ੍ਰਗਟ ਹੋ ਜਾਂਦਾ। ਉਹ ਹੈ ਪਹਿਲਾਂ ਹੀ ਸੀ, ਬਸ ਪ੍ਰਗਟ ਹੋਇਆ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਰੂਪ ਨੇ, ਆਪ ਵਾਹਿਗੁਰੂ ਨੇ, ਤੇ ਕਹਿੰਦੇ ਉਹ ਆਦਿ ਗੁਰੂ ਨੇ, ਧੁਰ ਤੋਂ ਗੁਰੂ ਨੇ, ਪਹਿਲਾਂ ਹੀ ਨੇ, ਬਸ ਇਸ ਦਿਨ ਪ੍ਰਗਟ ਹੋਏ ਨੇ। ਤਾਂ ਕਰਕੇ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਹੜੀ ਵਡਿਆਈ ਹੈ ਨਾ, ਜਿਹੜਾ ਸਤਜੁਗ ਦੇ ਵਿੱਚ ਰੱਬ ਦੇ ਭਗਤ ਹੋਏ ਨੇ, ਭਗਤ ਪ੍ਰਹਿਲਾਦ, ਭਗਤ ਧਰੂ, ਇੰਦਰ ਆਦਿਕ, ਉਹ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾ ਰਹੇ ਨੇ। ਉਹ ਇੰਨੇ ਪਰਉਪਕਾਰੀ, ਇੰਨੇ ਕਿਰਪਾਲੂ, ਇੰਨੇ ਦਿਆਲੂ, ਇੰਨੇ ਬਖਸ਼ਿੰਦ ਨੇ। ਇਸ ਕਰਕੇ ਹੇ ਮਣਾ, ਤੂੰ ਵੀ ਉਸ ਗੁਰੂ ਨਾਨਕ ਦੇ ਸਦਾ ਹੀ ਗੁਣ ਗਾ। ਗੁਰੂ ਸਾਹਿਬ ਦੀ ਬਾਣੀ ਵਿੱਚ ਬਚਨ ਨੇ ਕਿ ਇੱਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋਂ, ਤੋ ਪਰਮ ਗੁਰੂ ਨਾਨਕ ਗੁਣ ਗਾਵੋਂ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਕਹਿੰਦੇ ਉਸ ਸੁੱਖਾਂ ਦੇ ਸਾਗਰ, ਗਾਵੋ ਗੁਣ ਪਰਮ ਗੁਰੂ। ਪਰਮ ਕਹਿੰਦੇ ਆ ਸਭ ਤੋਂ ਵੱਡੇ ਗੁਰੂ ਨੂੰ। ਕਹਿੰਦੇ ਜਿਹੜਾ ਸਭ ਤੋਂ ਵੱਡਾ ਗੁਰੂ ਹੈ ਉਹ ਗੁਰੂ ਨਾਨਕ ਸਾਹਿਬ ਹੈ ਮਹਾਰਾਜ। ਉਹਦੇ ਗੁਣ ਗਾਉਂਦੇ ਆ ਤੇ ਉਹ ਸੁੱਖਾਂ ਦਾ ਸਾਗਰ ਹੈ। ਉਹ ਸੁੱਖਾਂ ਦਾ ਸਾਗਰ ਹੈ, ਸੁੱਖਾਂ ਦਾ ਸਮੁੰਦਰ ਹੈ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਤੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸ਼ਬਦ ਹੈ ਨਾ, ਉਹ ਸਾਡੇ ਸਾਰੇ ਦੁੱਖਾਂ ਤੇ ਦਲਿੱਦਰਾਂ ਦਾ ਨਾਸ ਕਰ ਦੇਣ ਵਾਲਾ ਹੈ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵੇ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਕਹਿੰਦੇ ਵੱਡੇ ਵੱਡੇ ਗੰਭੀਰ ਤੇ ਵੱਡੇ ਵੱਡੇ ਧੀਰਜ ਧਾਰੀ ਤੇ ਵੱਡੇ ਵੱਡੇ ਜੋਗੀ ਜੰਗਮ ਜਿਹੜੇ ਆ, ਉਹ ਵੀ ਗੁਰੂ ਨਾਨਕ ਸਾਹਿਬ ਦੇ ਗੁਣ ਗਾ ਰਹੇ ਆ। ਗਾਵੇ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ। ਕਹਿੰਦੇ ਜਿਹੜੇ ਇੰਦਰ ਆਦ ਵਰਗੇ ਦੇਵਤੇ ਨੇ ਤੇ ਭਗਤ ਪ੍ਰਹਿਲਾਦ ਵਰਗੇ ਜਿਹੜੇ ਰੱਬ ਦੇ ਪਿਆਰੇ ਭਗਤ ਨੇ, ਛੋਟੀ ਉਮਰ ਵਿੱਚ ਜਿਨ੍ਹਾਂ ਨੇ ਭਗਤੀ ਕਰਕੇ ਪ੍ਰਮਾਤਮਾ ਨੂੰ ਪਾਇਆ, ਜਿਹੜੇ ਸਤਜੁਗ ਵਿੱਚ ਹੋਏ ਆ, ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾ ਰਹੇ ਨੇ। ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਇਸ ਕਰਕੇ ਕਵੀ ਜੀ ਕਹਿੰਦੇ ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਣ ਗਾਵੋ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਰਾਜ ਵੀ ਚਲਾਇਆ ਏ ਤੇ ਜੋਗ ਵੀ ਮਾਣਿਆ ਏ। ਸੰਸਾਰ ਦੇ ਵਿੱਚ ਜਾਂ ਤੇ ਰਾਜੇ ਸਨ ਤੇ ਜਾਂ ਜੋਗੀ ਸਨ। ਰਾਜੇ ਜੋਗ ਦੇ ਨਾਲ ਰੱਬ ਤੋਂ ਜੁੜਨ ਤੋਂ ਬਿਨਾ ਉਹ ਜ਼ੁਲਮੀ ਹੋ ਗਏ ਸਨ, ਤੇ ਜੋਗੀ ਘਰ-ਬਾਰ ਛੱਡ ਕੇ ਕੱਲਾ ਜੋਗ ਮਾਤੀ ਧਾਰਨ ਕਰਕੇ ਰਹਿ ਗਏ। ਸੱਚ ਧਰਮ ਉਹਨਾਂ ਦੇ ਕੋਲ ਨਹੀਂ ਸੀ ਰਿਹਾ। ਗੁਰੂ ਸਾਹਿਬ ਜੀ ਨੇ ਇਹ ਨਿਰਮਲ ਪੰਥ ਚਲਾਇਆ ਤੇ ਰਾਜ ਤੇ ਜੋਗ ਦੋਵੇਂ ਗੁਰੂ ਜੀ ਨੇ ਮਾਣੇ ਤੇ ਦੋਵੇਂ ਸਾਨੂੰ ਬਖਸ਼ਿਸ਼ ਕੀਤੇ। ਸਾਧ ਸੰਗਤ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਆਗਮਨ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਸਤਿਕਾਰਯੋਗ ਪਿਤਾ ਬਾਬਾ ਕਲਿਆਣ ਦਾਸ ਜੀ ਤੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਹੋਇਆ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਣ ਵਾਲਾ ਸੀ ਨਾ, ਉਸ ਸਮੇਂ ਇਤਿਹਾਸਕਾਰਾਂ ਨੇ ਇੱਕ ਦਾਈ ਦਾ ਜ਼ਿਕਰ ਕੀਤਾ ਹੈ। ਉਹਦਾ ਨਾਂ ਹੈ ਦਾਈ ਦੌਲਤਾਂ। ਤੇ ਦਾਈ ਦੌਲਤਾਂ ਅਕਸਰ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕਰਦੀ ਸੀ, ਬਾਬਾ ਕਲਿਆਣ ਦਾਸ ਜੀ ਨੂੰ ਕਹਿੰਦੀ ਸੀ ਕਿ ਕਲਿਆਣ ਦਾਸ ਜੀ, ਤੁਹਾਨੂੰ ਜਦੋਂ ਮਾਲਕ ਵਾਹਿਗੁਰੂ ਨੇ ਔਲਾਦ ਬਖਸ਼ੀ, ਸੰਤਾਨ ਬਖਸ਼ੀ, ਤੁਸੀਂ ਪਟਵਾਰੀ ਹੋ, ਧਨ ਦੌਲਤ ਵੱਲੋਂ ਵਾਹਿਗੁਰੂ ਦੀ ਤੁਹਾਡੇ ਤੇ ਕਿਰਪਾ ਹੈ,
ਤੇ ਮੈਂ ਤੁਹਾਡੇ ਪਾਸੋਂ ਬਹੁਤ ਧਨ ਦੌਲਤ ਪ੍ਰਾਪਤ ਕਰਨੀ ਹੈ। ਤੇ ਬਾਬਾ ਕਲਿਆਣ ਦਾਸ ਜੀ ਨੇ ਖੁਸ਼ੀ ਦੇ ਨਾਲ ਕਹਿ ਦੇਣਾ ਕਿ ਤੂੰ ਚਿੰਤਾ ਨਾ ਕਰ, ਜੋ ਮੂੰਹ ਤੋਂ ਕਹੇਂਗੀ ਉਹ ਤੈਨੂੰ ਦੇ ਦੇਵਾਂਗੇ। ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਦੋਂ ਆਗਮਨ ਹੋਇਆ ਤੇ ਸਭ ਤੋਂ ਪਹਿਲੇ ਦਿਦਾਰੇ ਜਿਹੜੇ ਸਨ ਉਹ ਦਾਈ ਦੌਲਤਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਕੀਤੇ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਦਿਦਾਰੇ ਕੀਤੇ ਤੇ ਗੁਰੂ ਨਾਨਕ ਸਾਹਿਬ ਜੀ ਆਪਣੀ ਰਸਨਾ ਤੋਂ, ਆਪਣੇ ਮੁਖ ਤੋਂ ਮੁਸਕਰਾਏ ਨੇ। ਕਿਉਂਕਿ ਆਮ ਮਨੁੱਖ ਜਿਹੜਾ ਸੰਸਾਰੀ ਹੈ ਨਾ, ਜਦੋਂ ਉਹਦਾ ਜਨਮ ਹੁੰਦਾ ਹੈ ਤੇ ਉਹ ਰੋਂਦਾ ਹੈ। ਤੇ ਜੇ ਬੱਚਾ ਰੋਵੇ ਨਾ ਤੇ ਡਾਕਟਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਰੋਣਾ ਬਹੁਤ ਜ਼ਰੂਰੀ ਹੁੰਦਾ, ਉਹਦੇ ਸਰੀਰ ਦਾ ਸਾਰਾ ਸਰਕੂਲੇਸ਼ਨ ਚੱਲਣ ਦੇ ਵਾਸਤੇ ਬੱਚੇ ਦਾ ਰੋਣਾ ਜਿਹੜਾ ਨਾ ਜਨਮ ਦੇ ਸਮੇਂ ਉਹ ਜ਼ਰੂਰੀ ਹੈ। ਤੇ ਦੁਨੀਆ ਦਾ ਹਰ ਬੱਚਾ ਜਦੋਂ ਜੰਮਦਾ ਹੈ ਤੇ ਉਦੋਂ ਰੋਂਦਾ ਹੈ। ਪਰ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੇ ਜਨਮ ਦੇ ਸਮੇਂ ਰੋਏ ਨਹੀਂ, ਸਗੋਂ ਮੁਸਕਰਾਏ ਨੇ। ਉਹਨਾਂ ਦਾ ਮੁਸਕਰਾਉਣਾ ਇਹ ਦੱਸ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੁਨੀਆ ਦੇ ਦੁੱਖਾਂ ਨੂੰ, ਜਿਹੜੀ ਦੁਨੀਆ ਦੁੱਖਾਂ ਦੇ ਵਿੱਚ ਰੋ ਰਹੀ ਹੈ, ਕਲਪ ਰਹੀ ਹੈ, ਉਹਨਾਂ ਦੁੱਖਾਂ ਨੂੰ ਮੇਟ ਕੇ ਤੇ ਸੰਸਾਰ ਨੂੰ ਖੁਸ਼ੀਆਂ, ਆਨੰਦ ਤੇ ਹਾਸੇ ਬਖਸ਼ਣ ਆਏ ਨੇ। ਜਦੋਂ ਦਾਈ ਦੌਲਤਾਂ ਨੇ ਦਰਸ਼ਨ ਕੀਤੇ, ਉਹਦਾ ਤਨ ਮਨ ਨਿਹਾਲ ਹੋ ਗਿਆ, ਅੰਦਰ ਖਿੜ ਗਿਆ, ਇੱਕ ਅਥਾਹ ਆਨੰਦ ਦੀ ਪ੍ਰਾਪਤੀ ਉਸ ਨੂੰ ਹੋਈ। ਤੇ ਉਹਨੇ ਜਾ ਕੇ ਇਹ ਖਬਰ ਜਿਹੜੀ ਸੀ ਨਾ ਬਾਬਾ ਕਲਿਆਣ ਦਾਸ ਜੀ ਨੂੰ ਦਿੱਤੀ ਕਿ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੁੱਤਰ ਦੀ ਜਿਹੜੀ ਹੈ ਉਹ ਬਖਸ਼ਿਸ਼ ਹੋਈ ਹੈ। ਬਾਬਾ ਕਲਿਆਣ ਦਾਸ ਜੀ ਸੁਣ ਕੇ ਖੁਸ਼ ਹੋਏ ਤੇ ਆਪਣੇ ਘਰ ਗਏ, ਅੰਦਰੋਂ ਇੱਕ ਥਾਲ ਲਿਆ, ਉਹਦੇ 'ਚ ਕੁਝ ਮਿੱਠਾ ਰੱਖਿਆ, ਕੁਝ ਮਾਇਆ ਰੱਖੀ, ਕੁਝ ਦੌਲਤ ਰੱਖ ਕੇ, ਧਨ ਦੌਲਤ। ਤੇ ਜਦੋਂ ਦਾਈ ਦੌਲਤਾਂ ਦੇ ਕੋਲ ਲੈ ਕੇ ਆਏ ਤੇ ਕਿਹਾ, ਦਾਈ ਦੌਲਤਾਂ ਆ ਝੋਲੀ ਕਰ, ਤੂੰ ਅਕਸਰ ਸਾਨੂੰ ਕਹਿੰਦੀ ਸੀ ਕਿ ਜਦੋਂ ਵਾਹਿਗੁਰੂ ਤੈਨੂੰ ਦਾਤ ਬਖਸ਼ੇਗਾ ਮੈਂ ਤੇਰੇ ਕੋਲੋਂ ਧਨ ਦੌਲਤ ਲੈਣਾ ਏ, ਆ ਧਨ ਦੌਲਤ ਸਾਰੀ ਫੜ ਲੈ, ਪ੍ਰਵਾਨ ਕਰ ਲੈ। ਤੇ ਦਾਈ ਦੌਲਤਾਂ ਨੇ ਹੱਥ ਜੋੜ ਦਿੱਤੇ ਬਾਬਾ ਕਲਿਆਣ ਦਾਸ ਜੀ ਦੇ ਅੱਗੇ ਕਿ ਅੱਜ ਮੈਨੂੰ ਇਹ ਦੌਲਤ ਨਹੀਂ ਚਾਹੀਦੀ। ਮੇਰਾ ਨਾਮ ਦੌਲਤਾਂ ਰੱਖਿਆ ਸੀ, ਪਰ ਮੈਂ ਇਹ ਸੋਚਦੀ ਸੀ ਕਿ ਦੌਲਤ ਮੇਰੇ ਕੋਲ ਕੋਈ ਨਹੀਂ ਹੈ। ਮੈਂ ਲੋਕਾਂ ਦੇ ਕੋਲੋਂ ਮੰਗ ਕੇ ਖਾਂਦੀ ਸੀ, ਮੰਗ ਕੇ ਪ੍ਰਾਣਾ ਪਹਿਨ ਲੈਂਦੀ ਸੀ ਤੇ ਸੋਚਦੀ ਸੀ ਕਿ ਮੈਨੂੰ ਦੌਲਤਾਂ ਕਿਉਂ ਕਹਿੰਦੇ ਐ। ਪਰ ਸੱਚ ਇਹ ਹੈ ਕਿ ਜਿਹੜੇ ਬਾਲਕ ਨੇ ਮੇਰੇ ਹੱਥਾਂ ਦੇ ਵਿੱਚ ਅੱਜ ਜਨਮ ਲਿਆ ਏ, ਉਹਦੇ ਦਰਸ਼ਨ ਕਰਕੇ ਮੈਂ ਸੱਚਮੁੱਚ ਹੀ ਦੌਲਤ ਵਾਲੀ ਹੋ ਗਈ ਆ। ਤੇ ਮੇਰੇ ਜਨਮਾਂ ਜਨਮਾਂ ਦੀ ਭੁੱਖ, ਦੁੱਖ ਤੇ ਦਲਿੱਦਰ ਸਭ ਕੁਝ ਉਹਦੇ ਦਰਸ਼ਨ ਕਰਕੇ ਮਿਟ ਗਿਆ ਏ। ਅੱਜ ਮੈਨੂੰ ਇਸ ਦੁਨਿਆਵੀ ਧਨ ਦੀ ਭੁੱਖ ਨਹੀਂ ਰਹੀ। ਉਹਨੇ ਇਹ ਗੱਲ ਕਹੀ ਕਿ ਬਹੁ ਸਿਸ ਜਨਮੇ ਮਮ ਕਰ ਮਾਹੀ। ਕਰ ਕਹਿੰਦੇ ਨੇ ਹੱਥਾਂ ਨੂੰ। ਕਹਿੰਦੀ ਮੇਰੇ ਹੱਥਾਂ ਦੇ ਵਿੱਚ ਬੜੇ ਬੱਚੇ ਜਨਮੇ ਨੇ, ਪਰ ਇਹ ਅਸਚਰਜ ਕਬ ਦੇਖਿਓ ਨਹੀਂ। ਇਹੋ ਜਿਹਾ ਕਹਿੰਦੇ ਅਸਚਰਜ ਕਦੀ ਨਹੀਂ ਵੇਖਿਆ। ਤੇ ਭਾਈ ਸੰਤੋਖ ਸਿੰਘ ਜੀ ਤੇ ਇੱਕ ਗੱਲ ਹੋਰ ਲਿਖਦੇ ਨੇ, ਕਹਿੰਦੇ ਕਾਲੂ ਤੀਆ ਬੈਸ ਜਿਸ ਅੰਦਰ ਅਤ ਸੋਭਾ ਲੱਗੇ ਸੋ ਸੁੰਦਰ। ਕਹਿੰਦੇ ਮਾਤਾ ਤ੍ਰਿਪਤਾ ਜੀ ਜਿਹੜੇ ਕਮਰੇ ਦੇ ਵਿੱਚ ਬੈਠਦੇ ਨੇ ਨਾ, ਉਹ ਕਮਰੇ ਦੀ ਸ਼ੋਭਾ ਬਹੁਤ ਜ਼ਿਆਦਾ ਹੈ। ਉੱਥੇ ਰੋਸ਼ਨੀ ਰੋਸ਼ਨੀ ਹੈ, ਚਾਨਣ ਹੀ ਚਾਨਣ ਹੋਇਆ ਪਿਆ ਹੈ। ਕਹਿੰਦੇ ਕੋਈ ਬੰਦਾ ਕਵੇ, ਕੋਈ ਸ਼ੰਕਾ ਕਰ ਲਵੇ ਵੀ ਇਹ ਕਿਵੇਂ ਬਾਲਕ ਦੇ ਜਨਮ ਦੇ ਨਾਲ ਚਾਨਣ ਕਿਵੇਂ ਹੋ ਗਿਆ ਕਮਰੇ ਦੇ ਵਿੱਚ, ਪ੍ਰਕਾਸ਼ ਕਿਸ ਤਰ੍ਹਾਂ ਹੋ ਗਿਆ, ਕੋਈ ਸ਼ੰਕਾ ਕਰ ਸਕਦਾ ਏ। ਤੇ ਉਹ ਕਹਿੰਦੇ ਕੋਟ ਬ੍ਰਹਮੰਡ ਕਾ ਠਾਕੁਰ ਜੋਊ तेह निवास कोट ब्रह्मांड का ठाकुर जोई तेह निवास लिया जे थाई। कहंदे जेड़ा करोड़ां ब्रह्मंडां दा मालिक वाहिगुरु है, जेड़ा जिस थां उत्ते प्रगट होया होवे, क्यों ना बने तेह शोभ सवाई। दसो उस थां दी शोभा क्यों ना बने। जिथे गुरु प्रगट हुंदा है ओदी शोभा जेड़ी अपरंपार हो जांदी है। इस करके महाराज सच्चे पातशाह ने बाणी अंदर बचन कहे ने कि जिथे जाए बह मेरा सतगुरु सो थान सुहावा राम राजे। ऐसा सतगुरु जिथे भी जाके बरैजदा है, बैठदा है, बराजदा है, वो थान सुहावा पवित्र हो जाता है।
ਤੇ ਅੱਜ ਉਹ ਗੁਰੂ ਸਾਹਿਬ ਜੀ ਸ਼ਬਦ ਦੇ ਰੂਪ ਵਿੱਚ ਨੇ, ਤੇ ਸ਼ਬਦ ਦੇ ਰੂਪ ਵਿੱਚ ਉਹੀ ਗੁਰੂ ਨਾਨਕ ਸਾਹਿਬ ਜੀ ਜੋਤ ਰੂਪ ਜਿਹੜੇ ਹਿਰਦੇ ਘਰ ਦੇ ਵਿੱਚ ਆ ਜਾਂਦੇ ਨੇ ਨਾ, ਮਹਾਰਾਜ ਕਹਿੰਦੇ ਉਹ ਹਿਰਦਾ ਥਾਨ ਵੀ ਪਵਿੱਤਰ ਸੋਹਣਾ ਬਣ ਜਾਂਦਾ ਏ। ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੈ ਮੇਰਾ ਗੁਰ ਧਰੇ ਵਿਖਾ। ਕਹਿੰਦੇ ਉਹ ਸਰੀਰ ਥਾਨ ਧੰਤਾ ਦੇ ਯੋਗ ਹੋ ਜਾਂਦਾ ਏ, ਜਿੱਥੇ ਮੇਰਾ ਗੁਰੂ ਚਰਨ ਪਾਉਂਦਾ, ਮੇਰਾ ਗੁਰੂ ਜਿਹੜੇ ਹਿਰਦੇ ਵਿੱਚ ਵਸ ਜਾਂਦਾ ਏ। ਸਾਧ ਸੰਗਤ ਦਾਈ ਦੌਲਤਾਂ ਨੇ ਕਿਹਾ ਮੈਂ ਸੱਚਮੁੱਚ ਧੰਨ ਵਾਲੀ ਹੋ ਗਈ, ਕਿਉਂਕਿ ਗੁਰਬਾਣੀ ਦੇ ਬਚਨ ਨੇ ਕਿ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਕਹਿੰਦੇ ਜਿਨ੍ਹਾਂ ਦੇ ਕੋਲ ਸੰਸਾਰ ਦੇ ਵਿੱਚ ਕੱਲਾ ਦੁਨਿਆਵੀ ਧਨ ਹੈ, ਕੇਵਲ ਬਾਹਰੀ ਧਨ ਦੌਲਤ ਜਗੀਰ ਹੈ, ਤੇ ਰੱਬ ਦਾ ਨਾਮ ਨਹੀਂ ਹੈ, ਭਾਉ ਭਗਤੀ ਨਹੀਂ ਹੈ, ਸਿੱਖੀ ਨਹੀਂ ਹੈ, ਉਹ ਤੇ ਕਹਿੰਦੇ ਫਕੀਰ ਨੇ, ਮੰਗਤੇ ਨੇ। ਪਰ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਵਸਦਾ ਏ ਉਹ ਗੁਣਾਂ ਦੇ ਸਾਗਰ ਨੇ, ਉਹ ਅਸਲੀ ਧਨ ਨੇ। ਕਿਉਂਕਿ ਧਨ ਉਹ ਚੀਜ਼ ਹੈ ਜਿਹਨੂੰ ਪਾ ਕੇ ਮਨੁੱਖ ਦੀ ਤ੍ਰਿਪਤੀ ਹੋ ਜਾਵੇ, ਮਨੁੱਖ ਰੱਜ ਜਾਵੇ, ਉਹਨੂੰ ਧਨ ਕਹਿੰਦੇ ਐ। ਤੇ ਸਚਾਈ ਇਹ ਹੈ ਕਿ ਕੱਲੇ ਸੰਸਾਰੀ ਪਦਾਰਥ ਦੇ ਨਾਲ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਇਸ ਸੰਸਾਰ ਤੋਂ ਰੋਂਦੇ ਗਏ, ਅੱਜ ਤੱਕ ਰੱਜਿਆ ਕੋਈ ਨਹੀਂ। ਰੱਜਿਆ ਉਹੀ ਹੈ, ਭਾਵੇਂ ਕਿਸੇ ਕੋ ਦੁਨਿਆਵੀ ਥੋੜਾ ਏ, ਕਿਸੇ ਕੋਲ ਬਹੁਤਾ ਏ, ਪਰ ਤ੍ਰਿਪਤ ਉਹੀ ਹੋਇਆ ਜਿਹਦੇ ਕੋਲ ਵਾਹਿਗੁਰੂ ਦਾ ਨਾਮ, ਗੁਰੂ ਦੀ ਬਾਣੀ, ਗੁਰੂ ਦਾ ਪ੍ਰੇਮ ਜਿਹਦੇ ਹਿਰਦੇ ਵਿੱਚ ਵਸ ਗਿਆ, ਅੰਦਰੋਂ ਤ੍ਰਿਪਤ ਉਹੀ ਹੋਇਆ ਏ। ਤੇ ਦਾਈ ਦੌਲਤਾਂ ਦੇ ਹਿਰਦੇ 'ਚੋਂ ਗੁਰੂ ਦਾ ਪਿਆਰ ਵਸਿਆ ਤੇ ਉਹ ਅੰਦਰੋਂ ਤ੍ਰਿਪਤ ਹੋ ਗਈ। ਸਤਿਗੁਰੂ ਮਹਾਰਾਜ ਨੇ ਨਨਕਾਣੇ ਦੀ ਧਰਤੀ ਨੂੰ ਭਾਗ ਲਾਏ, ਬੇਬੇ ਨਾਨਕੀ ਜੀ ਦੇ ਨਾਮ ਤੋਂ ਨਾਮ ਨਾਨਕ ਰੱਖਿਆ, ਤੇ ਨਨਕਾਣਾ ਸਾਹਿਬ ਦੀ ਜੂਹ ਖਿੜ ਗਈ ਹੈ। ਉਥੋਂ ਦੀਆਂ ਫਸਲਾਂ ਲਹਿਰਾ ਰਹੀਆਂ ਨੇ, ਉਥੋਂ ਦੇ ਪੰਛੀ ਚਹਿਚਹਾ ਰਹੇ ਨੇ, ਤੇ ਉਥੋਂ ਦੀਆਂ ਹਵਾਵਾਂ ਦੇ ਵਿੱਚ ਸੁਗੰਧੀ ਭਰ ਗਈ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਆਪ ਪ੍ਰਗਟ ਹੋ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ ਵਰਤਾਉਂਦਿਆਂ ਕੁਝ ਸਾਲ ਜਦੋਂ ਬਤੀਤ ਕੀਤੇ, ਤੇ ਜਦੋਂ ਸਤਿਗੁਰੂ ਦੀ ਉਮਰ ਤਕਰੀਬਨ 5-6 ਸਾਲ ਦੀ ਹੋਈ ਹੈ, ਤੇ ਬਾਬਾ ਕਲਿਆਣ ਦਾਸ ਜੀ ਨੇ ਵਿਚਾਰ ਕੀਤੀ ਕਿ ਇਹ ਆਪਣੇ ਬੱਚੇ ਨੂੰ ਪੜ੍ਹਨੇ ਪਾਇਆ ਜਾਵੇ। ਮਾਤਾ ਤ੍ਰਿਪਤਾ ਜੀ ਨਾਲ ਵਿਚਾਰ ਕਰਕੇ ਕੁਝ ਬਸਤਰ ਲਏ, ਕੁਝ ਅੰਨ ਆਦ ਲਿਆ, ਤੇ ਗੋਪਾਲ ਦਾਸ ਪਾਂਧੇ ਦੇ ਕੋਲ ਲੈ ਕੇ ਚਲੇ ਗਏ, ਤੇ ਜਾ ਕੇ ਬੇਨਤੀ ਕੀਤੀ ਕਿ ਇਹ ਮੇਰਾ ਪੁੱਤਰ ਨਾਨਕ ਹੈ, ਤੇ ਇਹਨੂੰ ਤੁਸੀਂ ਦੁਨਿਆਵੀ ਜਿਹੜੀ ਵਿਦਿਆ ਹੈ ਉਹ ਚੰਗੀ ਤਰ੍ਹਾਂ ਪੜ੍ਹਾ ਦਿਓ, ਤਾਂ ਕਿ ਸਾਰਾ ਹਿਸਾਬ ਕਿਤਾਬ ਸਿੱਖ ਸਕੇ, ਤੇ ਅੱਗੇ ਜਾ ਕੇ ਮੇਰੇ ਵਾਲਾ ਕਿੱਤਾ ਜਿਹੜਾ ਉਹ ਇਹ ਸਾਂਭ ਸਕੇ। 1 ਦਿਨ 2 ਦਿਨ 3 ਦਿਨ ਜਾਂਦੇ ਰਹੇ, ਜੋ ਗੋਪਾਲ ਦਾਸ ਪਾਂਧਾ ਪੜਾਉਂਦਾ ਏ ਉਹ ਗੁਰੂ ਨਾਨਕ ਸਾਹਿਬ ਜੀ ਪੜ੍ਹ ਲੈਂਦੇ ਆ। ਇੱਕ ਦਿਨ ਜਦੋਂ ਪੜਾਉਂਦਿਆਂ ਗੱਲਬਾਤ ਹੋਈ, ਤੇ ਸਾਰੀ ਵਿਦਿਆ ਗੋਪਾਲ ਦਾਸ ਕੋ ਮਹਾਰਾਜ ਕੋਈ ਦਿਨਾਂ 'ਚ ਸਿੱਖ ਗਏ। ਤੇ ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ, ਪਾਂਧਾ ਜੀ ਤੁਸੀਂ ਕੱਲੀ ਇਹੀ ਵਿਦਿਆ ਜਾਣਦੇ ਹੋ ਕਿ ਜਾਂ ਹੋਰ ਵੀ ਕੋਈ ਵਿਦਿਆ ਜਾਣਦੇ ਹੋ ਜਿਹੜੀ ਮਨੁੱਖ ਨੂੰ ਬੰਧਨਾਂ ਤੋਂ ਮੁਕਤ ਕਰ ਦੇਵੇ? ਗੋਪਾਲ ਦਾਸ ਇਹ ਬਚਨ ਸੁਣ ਕੇ ਹੈਰਾਨ ਹੋ ਗਿਆ ਕਿ ਐਸੀ ਕਿਹੜੀ ਵਿਦਿਆ ਜਿਹੜੀ ਬੰਦੇ ਨੂੰ ਬੰਧਨਾਂ ਤੋਂ ਮੁਕਤ ਕਰ ਦੇਵੇ? ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਉਹ ਰੱਬ ਦੇ ਨਾਮ ਦੀ, ਉਹਦੇ ਦਰ ਘਰ ਦੀ ਵਡਿਆਈ ਸਿਫਤ ਸਲਾਹ ਦੀ ਵਿਦਿਆ ਏ। ਜੇ ਉਹ ਬੰਧਨ, ਉਹ ਵਿਦਿਆ ਨਾ ਸਿੱਖ ਸਕਿਆ, ਫਿਰ ਦੁਨਿਆਵੀ ਜਿਹੜੀ ਵਿਦਿਆ ਏ ਇਹ ਸਾਰੇ ਬੰਧਨ ਹੀ ਪਾਉਣ ਵਾਲੀ ਹੈ। ਉਹ ਬੜਾ ਹੈਰਾਨ ਹੋਇਆ, ਇਹੋ ਜੀ ਕਿਹੜੀ ਵਿਦਿਆ ਜਿਹੜੀ ਜਨਮ ਮਰਨ ਕੱਟ ਦਿੰਦੀ ਹੈ, ਬੰਧਨਾਂ ਤੋਂ ਮੁਕਤ ਕਰ ਦਿੰਦੀ ਹੈ, ਸਾਨੂੰ ਵੀ ਦੱਸੋ। ਤੋ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦਾ ਇੱਕ ਬਚਨ ਉਚਾਰਨ ਕੀਤਾ ਸ੍ਰੀ ਰਾਗ ਦੇ ਵਿੱਚ। ਮਹਾਰਾਜ ਕਹਿੰਦੇ, ਪਾਂਧਾ ਜੀ ਫਿਰ ਆ ਵਿਦਿਆ ਸਿੱਖ ਲਓ, ਆ ਲਿਖ ਲਓ। ਮਹਾਰਾਜ ਕਹਿਣ ਲੱਗੇ, ਸ੍ਰੀ ਰਾਗ ਮਹੱਲਾ ਪਹਿਲਾ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ। ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ, ਜਿਹੜਾ ਪਦਾਰਥ ਦੇ ਨਾਲ ਤੇਰਾ ਮੋਹ ਪੈ ਗਿਆ ਨਾ, ਧਨ ਦੇ ਨਾਲ, ਇਸ ਮੋਹ ਨੂੰ ਸਾੜ ਦੇ ਆਪਣੇ ਅੰਦਰੋਂ। ਮੇਰਾ ਪਰਿਵਾਰ, ਮੇਰਾ ਘਰ, ਮੇਰੇ ਧੀਆਂ ਪੁੱਤਰ, ਇੰਨਾ ਮੋਹ ਦੇ ਵਿੱਚ ਖੁੱਭ ਗਿਆ ਵੀ ਤੈਨੂੰ ਰੱਬ ਦਾ ਨਾਮ ਵੀ ਭੁੱਲ ਗਿਆ ਏ। ਰਾਤ ਜੇ ਸੋਵੈ ਦਿਨ ਕਰੇ ਕਾਮ, ਇੱਕ ਖਿਨ ਲੈ ਨਾ ਹਰ ਕੋ ਨਾਮ। ਘੜੀ ਮਾਤਰ ਵੀ ਤੂੰ ਰੱਬ ਦਾ ਨਾਮ ਨਹੀਂ ਲੈਂਦਾ, ਇਹ ਮੋਹ ਵਿੱਚ ਪਿਆ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਆਪਣੇ ਅੰਦਰੋਂ ਮੋਹ ਨੂੰ ਸਾੜ,
ਇਹ ਤੇਰੇ ਜੀਵਨ ਦੇ ਫਰਜ਼ ਨੇ, ਧੀਆਂ ਪੁੱਤਰ ਰੱਬ ਵਾਹਿਗੁਰੂ ਨੇ ਬਖਸ਼ਣੇ, ਆਪਣੀ ਕਿਰਤਕਾਰ ਕਰ। ਪਰ ਜੇ ਤੂੰ ਇਹਨਾਂ ਦੇ ਵਿੱਚ ਲੱਗ ਕੇ ਰੱਬ ਨੂੰ ਵਿਸਰ ਗਿਆ, ਇਹ ਸਾਰੇ ਤੇਰੇ ਵਾਸਤੇ ਮਾਇਆ ਦਾ ਬੰਧਨ ਬਣ ਜਾਣੇ ਆ। ਪਰ ਜੇ ਇਹਨਾਂ 'ਚ ਰਹਿ ਕੇ ਤੂੰ ਸਿੱਖੀ ਨੂੰ ਕਮਾ ਲਿਆ, ਮੋਹ ਕਦੋਂ ਹੁੰਦਾ ਸਾਧ ਸੰਗਤ? ਮੋਹ ਤੇ ਪ੍ਰੇਮ 'ਚ ਅੰਤਰ ਹੈ। ਮੋਹ ਵਿੱਚ ਮਨੁੱਖ ਸਿਰਫ ਆਪਣੇ ਬਾਰੇ ਸੋਚਦਾ ਏ, ਮੇਰੇ ਧੀਆਂ ਪੁੱਤਰ, ਮੇਰਾ ਘਰ ਪਰਿਵਾਰ ਪਲੇ, ਦੂਜਾ ਮਰਦਾ ਤੇ ਮਰੇ। ਮੋਹ ਵਿੱਚ ਅਧੀਨ ਹੋ ਕੇ ਮਨੁੱਖ ਪਾਪ ਕਰਦਾ ਏ, ਠੱਗੀਆਂ ਮਾਰਦਾ ਏ, ਇਥੋਂ ਤੱਕ ਕਿ ਮਾੜੇ ਕੰਮ, ਰਿਸ਼ਵਤ ਖੋਰੀਆਂ, ਬੇਈਮਾਨੀਆਂ, ਦੂਜੇ ਦਾ ਘਰ ਉਜਾੜ ਕੇ ਆਪਣਾ ਘਰ ਭਰਨ ਦਾ ਯਤਨ ਕਰਦਾ ਏ। ਇੱਥੋਂ ਤੱਕ ਅੱਜ ਕਦੀ ਪੰਜਾਬ ਨੂੰ 5 ਦਰਿਆ ਕਿਹਾ ਜਾਂਦਾ ਸੀ, 5 ਦਰਿਆਵਾਂ ਦੀ ਧਰਤੀ, 5 ਦਰਿਆ, 5 ਆਬ। ਹੌਲੀ ਹੌਲੀ ਸਾਡਾ ਦੇਸ਼ ਜਿਹੜਾ ਉਹ ਵੰਡਿਆ ਗਿਆ, ਅੱਧਾ ਪੰਜਾਬ ਜਿਹੜਾ ਪਾਕਿਸਤਾਨ 'ਚ ਰਹਿ ਗਿਆ। ਇੱਥੇ 3 ਦਰਿਆ ਫਿਰ ਇਸ ਪੰਜਾਬੀ ਸੂਬੇ ਦੇ ਵੀ ਟੋਟੇ ਕਰ ਦਿੱਤੇ, ਤੇ ਹੁਣ ਇੱਕ ਦਰਿਆ ਜਿਹੜਾ ਇੱਥੇ ਵੱਡਾ ਚੱਲ ਰਿਹਾ ਏ ਉਹ ਨਸ਼ੇ ਦਾ ਚੱਲ ਰਿਹਾ ਏ। ਜਦ ਕਿ ਸਾਧ ਸੰਗਤ ਇਹ ਜਿਹੜਾ ਨਸ਼ਾ ਏ ਬਹੁਤ ਜ਼ਿਆਦਾ ਸਰੀਰ ਵਾਸਤੇ ਘਾਤਕ ਹੈ। ਜਦੋਂ ਸਰਕਾਰਾਂ ਨੇ ਵੇਖਿਆ ਕਿ ਉਹ ਸਾਡੀ ਨਸਲਕੁਸ਼ੀ ਕਰਕੇ ਸਾਨੂੰ ਖਤਮ ਨਹੀਂ ਕਰ ਸਕੇ, ਗੋਲੀਆਂ ਨਾਲ ਨਹੀਂ ਮਾਰ ਸਕੇ, ਤੇ ਉਹਨਾਂ ਨੇ ਸਾਨੂੰ ਖਤਮ ਕਰਨ ਵਾਸਤੇ ਇੱਕ ਤੇ ਮਾੜੀ ਗਾਇਕੀ ਨੂੰ ਪ੍ਰਮੋਟ ਕੀਤਾ। ਜਿਸ ਵੇਲੇ ਖਾੜਕੂ ਲਹਿਰ ਜਿਹੜੀ ਸੀ ਸਿਖਰਾਂ ਤੇ ਸੀ, ਉਹਨਾਂ ਸਮਿਆਂ ਦੇ ਵਿੱਚ ਮਾੜੇ ਗਾਉਣ ਵਾਲੇ ਜਿਹੜੇ ਸਨ, ਤੇ ਉਹਨਾਂ ਨੂੰ ਪ੍ਰੇਰਿਆ ਗਿਆ ਬੇਅੰਤੇ ਬੁੱਚੜ ਵੱਲੋਂ, ਜਿਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ, ਕਿ ਉਹ ਗਾਇਕਾਂ ਨੂੰ ਕਿਹਾ ਵੀ ਮਾੜੇ ਗਾਣੇ, ਲੱਚਰ ਗਾਇਕੀ, ਨਸ਼ਿਆਂ ਨੂੰ ਪ੍ਰਮੋਟ ਕਰੋ। ਜਿਸ ਕਰਕੇ ਗੁਰਦਾਸ ਮਾਨ ਵਰਗਿਆਂ ਨੇ ਉਹਨਾਂ ਸਮਿਆਂ 'ਚ ਕਿਹਾ ਕਿ ਇਹ ਆਪਣਾ ਪੰਜਾਬ ਹੈ ਤੇ ਇੱਥੇ ਘਰ ਦੀ ਸ਼ਰਾਬ ਹੋਵੇ। ਤੋ ਸਾਧ ਸੰਗਤ ਇਹੋ ਜਿਹੇ ਗਾਣੇ ਗਾ ਕੇ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਨਸ਼ਿਆਂ ਨੂੰ ਉਤਸ਼ਾਹਿਤ ਕੀਤਾ, ਜਦ ਕਿ ਕਹਿਣਾ ਇਹ ਬਣਦਾ ਸੀ ਕਿ ਪੰਜਾਬ ਹੈ, ਇਹ ਗੁਰਾਂ ਦੀ ਧਰਤੀ ਹੈ, ਇੱਥੇ ਨਸ਼ੇ ਨਹੀਂ ਚਾਹੀਦੇ, ਇੱਥੇ ਗੁਰੂ ਦੇ ਲਾਲਾਂ ਨੇ ਸ਼ਹੀਦੀਆਂ ਪਾਈਆਂ ਨੇ, ਇੱਥੇ ਗੁਰੂ ਨੇ ਅੰਮ੍ਰਿਤ ਵਰਤਾਇਆ ਏ, ਇਹ ਆਪਣਾ ਪੰਜਾਬ। ਇਸ ਕਰਕੇ ਇੱਥੇ ਘਰ ਘਰ ਵਿੱਚ ਬਾਣੀ ਹੋਵੇ, ਘਰ ਘਰ ਵਿੱਚ ਨਾਮ ਹੋਵੇ, ਘਰ ਘਰ ਵਿੱਚ ਗੁਰਸਿੱਖੀ ਹੋਵੇ, ਘਰ ਘਰ ਦੇ ਵਿੱਚ ਗੁਰੂ ਦੇ ਸੱਜੇ ਹੋਏ ਸਿੰਘ ਅੰਮ੍ਰਿਤਧਾਰੀ ਹੋਣ। ਤੋ ਸਾਧ ਸੰਗਤ ਇਸ ਕਰਕੇ ਆਪਾਂ ਨੂੰ ਸਮਝ ਨਹੀਂ ਆਈ, ਆਪਾਂ ਉਹਨਾਂ ਦੇ ਮਗਰ ਲੱਗ ਗਏ। ਇਸੇ ਤਰ੍ਹਾਂ ਆਪਾਂ ਸਿੱਖੀ ਤੋਂ ਮੁਕਰ ਹੋ ਗਏ, ਕੇਸ ਕਤਲ ਕਰਾ ਲਏ, ਤੇ ਪੱਛਮੀ ਸਭਿਅਤਾ ਦੇ ਵੱਲ ਆਪਾਂ ਦੌੜ ਪਏ, ਕਿਉਂਕਿ ਉਹਨਾਂ ਦੇ ਕੋਲ ਤੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੈਸਾ ਗੁਰੂ ਨਹੀਂ ਸੀ, ਤੇ ਉਹਨਾਂ ਨੂੰ ਜੀਵਨ ਦੀ ਸੋਝੀ ਕੋਈ ਨਹੀਂ ਸੀ, ਤੇ ਉਹ ਤਾਂ ਭਟਕਦੇ ਪਏ ਸਨ ਵਿਚਾਰੇ, ਦੁੱਖਾਂ ਦੇ ਵਿੱਚ, ਨਸ਼ਿਆਂ 'ਚ, ਵਿਸ਼ੇ ਵਾਸ਼ਨਾ ਵਿੱਚ, ਵਿਕਾਰਾਂ ਦੇ ਵਿੱਚ, ਤੇ ਅੱਜ ਵੀ ਉਹ ਕਲਪ ਰਹੇ ਨੇ। ਪਰ ਸਾਡੇ ਕੋਲ ਤੇ ਗੁਰੂ ਨਾਨਕ ਸਾਹਿਬ ਜੈਸਾ ਗੁਰੂ ਸੀ, ਜਿਨੇ ਸਾਨੂੰ ਇਹ ਸਿਖਾਇਆ ਸੀ। ਜਦੋਂ ਬਾਬਰ ਨੇ ਕਿਹਾ ਸੀ ਕਿ ਆ ਲੈ ਤੂੰ ਮਹਾਰਾਜ ਆ ਸ਼ਰਾਬ ਦਾ ਪਿਆਲਾ ਪੀਓ, ਮਹਾਰਾਜ ਨੇ ਕਿਹਾ ਸੀ ਕੀ ਹੁੰਦਾ ਇਹਦੇ ਨਾਲ? ਇਹਦੇ ਨਾਲ ਖੁਮਾਰੀ ਬੜੀ ਰਹਿੰਦੀ ਹੈ। ਕਹਿੰਦੇ ਕਿੰਨਾ ਚਿਰ? ਕਹਿੰਦੇ 2-4 ਘੰਟੇ। ਕਹਿੰਦੇ ਫਿਰ ਹੋਰ ਪੀ ਲਈਦਾ, ਕਹਿੰਦੇ ਫਿਰ ਕਹਿੰਦੇ ਹੋਰ ਪੀ ਲਈਦਾ। ਮਹਾਰਾਜ ਕਹਿੰਦੇ ਛੱਡ ਪਰੇ, ਇਹ ਤੇ ਇਸੇ ਤਰ੍ਹਾਂ ਸੁਰਤ ਡਿੱਗਦੀ ਰਹੇਗੀ, ਬੇਹੋਸ਼ ਹੁੰਦਾ ਰਹੇਗਾ। ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਿੱਚ ਜੁੜ, ਉਹਦੇ ਨਾਮ ਦੀ ਖੁਮਾਰੀ ਐਸੀ ਹੈ ਜਿਹੜੀ ਇੱਕ ਵਾਰੀ ਬੰਦਾ ਜਿਹੜੇ ਨਾਮ ਵਿੱਚ ਰੰਗਿਆ ਜਾਵੇ, ਫਿਰ ਉਹ ਖੁਮਾਰੀ ਉਤਰਦੀ ਕਦੀ ਨਹੀਂ ਹੈ, ਉਹ ਸਦਾ ਦਿਨ ਰਾਤ ਹੀ ਰੰਗ ਵਿੱਚ ਰਹਿੰਦਾ। ਜਿਹਨੂੰ ਜਪਜੀ ਸਾਹਿਬ 'ਚ ਕਿਹਾ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਤੋ ਸਾਧ ਸੰਗਤ ਆਪਾਂ ਸੁਚੇਤ ਹੋਣਾ। ਸਭ ਤੋਂ ਸੁੰਦਰ ਸਰੂਪ ਸਾਨੂੰ ਗੁਰੂ ਸਾਹਿਬ ਜੀ ਨੇ ਸਾਬਤ ਸੂਰਤ ਹੋਣ ਦਾ ਹੁਕਮ ਕੀਤਾ, ਇਹ ਗੁਰੂ ਨਾਨਕ ਸਾਹਿਬ ਦਾ ਹੁਕਮ ਸੀ। ਜਦੋਂ ਜਗਤ ਨੂੰ ਤਾਰਨ ਚੱਲੇ ਤੇ ਭਾਈ ਮਰਦਾਨੇ ਨੂੰ 3 ਬਚਨ ਕੀਤੇ ਸਨ। ਭਾਈ ਮਰਦਾਨਾ ਜੀ 1 ਨੰਬਰ ਤੇ ਨਸ਼ਾ ਕਦੀ ਨਹੀਂ ਕਰਨਾ, ਇਹ ਰੱਬ ਨੂੰ ਵਿਸਾਰ ਦਿੰਦਾ ਏ, ਮਤ ਭੁਲਾ ਦਿੰਦਾ ਏ, ਬੰਦੇ ਨੂੰ ਵਿਕਾਰਾਂ ਦੇ ਵਿੱਚ ਗ੍ਰਸਤ ਕਰ ਦਿੰਦਾ ਏ। ਤੇ ਸੱਚ ਇਹ ਹੈ ਵੀ ਨਸ਼ਾ ਬੰਦਾ ਨਹੀਂ ਕਰਦਾ, ਬੰਦਾ ਨਸ਼ਾ ਨਹੀਂ ਖਾਂਦਾ। ਹੁਣ ਤੇ ਬੜੇ ਬੜੇ ਭਿਆਨਕ ਹੀਰੋਇਨਾਂ ਤੇ ਚਿੱਟੇ ਸਮੈਕਾਂ ਆ ਗਈਆਂ। ਬੰਦਾ ਨਸ਼ਾ ਕਦੀ ਨਹੀਂ ਖਾਂਦਾ, ਹਮੇਸ਼ਾ ਬੰਦੇ ਨੂੰ ਜਿਹੜੇ ਆ ਨਸ਼ੇ ਆ ਨਾ ਉਹ ਖਾ ਜਾਂਦੇ ਆ। ਤੋ ਇਸ ਕਰਕੇ ਆਪਾਂ ਇਹਦੇ ਤੋਂ ਬਚ ਸਕਦੇ ਆ। ਸਰਕਾਰਾਂ ਫੇਲ ਹੋ ਗਈਆਂ ਨੇ, ਆਪੋ ਆਪਣਾ ਯਤਨ ਥੋੜਾ ਬਹੁਤਾ ਕਰ ਰਹੀਆਂ, ਪਰ ਅਸੀਂ ਬਚ ਤਾਂ ਸਕਦੇ ਆ ਇਹੋ ਜਿਹੇ ਯਤਨ ਕਰਕੇ, ਸਮਾਗਮਾਂ ਵਿੱਚ ਜੁੜ ਕੇ, ਗੁਰੂ ਗ੍ਰੰਥ ਸਾਹਿਬ ਦੀ ਮੱਤ ਲੈ ਕੇ, ਗੁਰਬਾਣੀ ਦੇ ਨਾਲ ਜੁੜ ਕੇ।
ਤੋ ਸੱਚੇ ਪਾਤਸ਼ਾਹ ਦਾ ਜਦੋਂ ਆਸਰਾ ਲੈ ਲਵਾਂਗੇ ਨਾ, ਇੱਕ ਗੁਰੂ ਹੀ ਹੈ ਜਿਹੜਾ ਸਾਨੂੰ ਲੋਕ ਤੇ ਪਰਲੋਕ 'ਚ ਇਹਨਾਂ ਵਿਕਾਰਾਂ ਤੋਂ, ਇਹਨਾਂ ਬੰਧਨਾਂ ਤੋਂ ਬਚਾਉਂਦਾ ਹੈ। ਤੋ ਇਸ ਕਰਕੇ ਸਾਧ ਸੰਗਤ ਮਹਾਰਾਜ ਕਹਿੰਦੇ ਮੋਹ, ਜਿੱਥੇ ਸਾਡੇ ਬੱਚਿਆਂ ਨੂੰ ਆਪਾਂ ਪਿਆਰ ਦੇ ਨਾਲ ਜਿਹੜੇ ਲੱਗ ਗਏ ਆ ਗੁਰੂ ਦੀ ਬਾਣੀ ਦਾ ਓਟ ਆਸਰਾ ਲੈ ਕੇ ਆਉਣਾ ਹੈ, ਉੱਥੇ ਬਹੁਤ ਸਾਰੇ ਜਿਹੜੇ ਇਹਨਾਂ ਦਾ ਵਪਾਰ ਵੀ ਕਰ ਰਹੇ ਇਹਨਾਂ ਨਸ਼ਿਆਂ ਦਾ, ਉਹ ਵੀ ਸਾਡੇ ਵਿੱਚੋਂ ਹੀ ਹੈ। ਪਰ ਉਹ ਮਤ ਸੋਚਣ ਵੀ ਕਿਸੇ ਨੂੰ ਨਸ਼ਾ ਵੇਚ ਕੇ, ਕਿਸੇ ਦੇ ਘਰ ਦੇ ਵਿੱਚ ਇਹ ਜ਼ਹਿਰ ਦੇ ਕੇ, ਪੈਸੇ ਘਰ ਚ ਲਿਆ ਕੇ, ਕਦੀ ਕਿਸੇ ਨੂੰ ਪੁੱਤ ਨੂੰ ਮਾਰ ਕੇ ਜ਼ਹਿਰ ਦੇ ਕੇ ਸਾਡੇ ਘਰ ਚ ਸੁਖੀ ਆਵੇਗੀ, ਖੁਸ਼ੀ ਆ ਜਾਵੇਗੀ। ਕਦੀ ਇਹੋ ਜੀ ਮਾਇਆ 2 ਨੰਬਰ ਦੀ ਬੰਦੇ ਨੂੰ ਸੁੱਖ ਨਹੀਂ ਦੇ ਸਕਦੀ। ਮਹਾਰਾਜ ਕਹਿੰਦੇ ਇਸ ਜਰ ਕਾਰਨ ਘਣੀ ਵਿਗੁੱਤੀ, ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਇਨ ਜਰ ਘਣੀ ਖੁਆਈ, ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਤੋ ਮਹਾਰਾਜ ਇਸ ਕਰਕੇ ਕਹਿਣ ਲੱਗੇ ਜਦੋਂ ਮੋਹ ਚ ਹੋਵੇਗਾ ਉਦੋਂ ਆਪਣੇ ਬਾਰੇ ਸੋਚੇਗਾ, ਪਰ ਜਦੋਂ ਮੋਹ ਤੋਂ ਉੱਪਰ ਉੱਠ ਕੇ ਪ੍ਰੇਮ ਦੀ ਅਵਸਥਾ 'ਚ ਜੀਵੇਗਾ ਨਾ, ਫਿਰ ਜਿਹਾ ਵੇਖੈ ਤੇਹਾ ਵੇਖ। ਜਿਵੇਂ ਆਪਣੇ ਪਰਿਵਾਰ ਦਾ ਭਲਾ ਸੋਚਦਾ ਹੈ, ਆਪਣੇ ਬੱਚਿਆਂ ਦਾ ਸੋਚਦਾ ਹੈ ਨਾ, ਉਦਾਂ ਦੂਜਿਆਂ ਦਾ ਵੀ ਸਾਰਿਆਂ ਦਾ ਤੂੰ ਸੋਚੇਗਾ। ਇਸ ਕਰਕੇ ਮਹਾਰਾਜ ਕਹਿੰਦੇ ਇਹ ਆਪਣੇ ਅੰਦਰੋਂ ਮੋਹ ਛੱਡ ਕੇ ਤੇ ਪ੍ਰੇਮ ਵਸਾ ਤੇ ਸਭਨਾ ਨਾਲ ਪਿਆਰ ਕਰ, ਸਰਬੱਤ ਦੇ ਭਲੇ ਦੀ ਸੁੱਖ ਲੈ ਕੇ ਚੱਲ। ਜਾਲ ਮੋਹ ਘਸ ਮਸ ਕਰ, ਕਹਿੰਦੇ ਇਹਦੀ ਸ਼ਾਹੀ ਬਣਾ, ਮਤ ਕਾਗਦ ਕਰ ਸਾਰ। ਆਪਣੀ ਜਿਹੜੀ ਮਤ ਹੈ ਇਹਨੂੰ ਸ੍ਰੇਸ਼ਟ ਕਾਗਦ, ਕੋਰਾ ਕਾਗਦ ਬਣਾ ਲਾ। ਜੋ ਕੁਝ ਇਧਰੋਂ ਉਧਰੋਂ ਲਿਖਿਆ ਨਾ, ਇਧਰੋਂ ਕਿਸੇ ਨੇ ਲਿਖ ਦਿੱਤਾ, ਕੋਈ ਕਹਿ ਦਿੰਦਾ ਵੀ ਤੂੰ ਦਾੜੀ ਰੱਖ ਲਈ ਤੇ ਤੂੰ ਬਾਬਾ ਜਿਹਾ ਲੱਗੇਗਾ, ਤੂੰ ਸੋਹਣਾ ਨਹੀਂ ਲੱਗੇਗਾ, ਇਹ ਲੋਕਾਂ ਨੇ ਮਤ ਲਿਖੀ ਹੈ, ਇਹਨੂੰ ਮਟੇ ਦੇ। ਤੇ ਮੇਰੇ ਗੁਰੂ ਸਾਹਿਬ ਜੀ ਕਹਿੰਦੇ ਆ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਅਸਲ ਵਿੱਚ ਸੋਹਣਾ ਉਹ ਹੈ ਜਿਹੜਾ ਗੁਰੂ ਕੋਲ ਬੈਠਦਾ ਏ, ਗੁਰੂ ਦੀ ਮੱਤ ਨੂੰ ਧਾਰਨ ਕਰਦਾ ਏ, ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਏ। ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਸੁੰਦਰਤਾ ਦੀ ਵਿਆਖਿਆ ਕਰਦਿਆਂ ਵੀ ਬਚਨ ਕਹੇ ਕਿ ਕਾਇਆ ਕਿਰਦਾਰ ਔਰਤ ਯਕੀਨਾ, ਰੰਗ ਤਮਾਸ਼ੇ ਮਾਣ ਹਕੀਨਾ, ਨਾ ਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ। ਕਿ ਇਹ ਮੇਰੇ ਪਿਆਰੇ ਗੁਰਸਿੱਖ ਦਾ ਸਰੂਪ ਹੈ, ਸਾਬਤ ਸੂਰਤ ਹੋਣਾ, ਅੰਦਰੋਂ ਵੀ ਵਿਕਾਰਾਂ ਤੋਂ ਬਚ ਕੇ ਰਹਿਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ, ਤੇ ਬਾਹਰੋਂ ਵੀ ਸਾਬਤ ਸੂਰਤ ਹੋ ਕੇ ਸਿਰ ਤੇ ਦਸਤਾਰ ਸਜਾਉਣੀ। ਭਾਈ ਮਰਦਾਨਾ ਜੀ ਇੱਕ ਕੇਸ ਕਤਲ ਨਹੀਂ ਕਰਾਉਣੇ ਕਦੀ। ਦੂਜਾ ਬਚਨ ਮਹਾਰਾਜ ਨੇ ਕੀਤਾ ਕਿ ਨਸ਼ੇ ਦਾ ਕਦੀ ਕਿਸੇ ਦਾ ਸੇਵਨ ਨਹੀਂ ਕਰਨਾ। ਤੇ ਤੀਜਾ ਬਚਨ ਕੀਤਾ ਸੀ ਕਿ ਆਪ ਜਦੋਂ ਸੰਸਾਰ 'ਚ ਵਿਚਰਨਾ ਏ ਤੇ ਔਰਤਾਂ ਨੂੰ ਮਾਵਾਂ ਭੈਣਾਂ ਤੇ ਧੀਆਂ ਕਰਕੇ ਜਾਣਨਾ। ਹਰ ਇੱਕ ਔਰਤ ਨੂੰ ਆਪਣੇ ਤੋਂ ਵੱਡੀ ਨੂੰ ਮਾਂ, ਬਰਾਬਰ ਦੀ ਨੂੰ ਭੈਣ ਤੇ ਛੋਟੀ ਨੂੰ ਧੀ ਕਰਕੇ ਜਾਣਨਾ ਹੈ। ਤੇ ਜਦੋਂ ਇਹ ਬਚਨ ਸਿੱਖ ਕਮਾਵੇਗਾ ਕਦੀ ਕਿਸੇ ਨੂੰ ਗਾਲ ਕੱਢੇਗਾ। ਹੁਣ ਤੇ ਬੰਦਾ ਗੱਲ ਗੱਲ ਤੇ ਸਾਡੀ ਇੰਨੀ ਪਿਆਰੀ ਭਾਸ਼ਾ ਬੋਲੀ ਸਾਨੂੰ ਗੁਰਮੁਖੀ ਮਹਾਰਾਜ ਨੇ ਬਖਸ਼ੀ, ਤੇ ਗੱਲ ਗੱਲ ਤੇ ਹੀ ਆਪਾਂ ਗਾਲਾਂ ਕੱਢੀ ਜਾਂਦੇ, ਬੱਚਿਆਂ ਨੂੰ ਗਾਲਾਂ ਸਿਖਾਈ ਜਾਂਦੇ ਆ। ਤੋ ਸਾਧ ਸੰਗਤ ਮਹਾਰਾਜ ਕਹਿੰਦੇ ਜਿਹੜਾ ਇਸ ਤਰ੍ਹਾਂ ਨੇ ਇਹਨੂੰ ਕਿਹਾ ਕਾਂ ਦੀ ਜੂਨੇ ਪੈਣਾ, ਰੁੱਖਾ ਬੋਲਣਾ, ਗਾਲਾਂ ਕੱਢਣੀਆਂ। ਜੇ ਕੋਈ ਧੀ ਪੁੱਤ ਪੁੱਛ ਲਏ ਬਾਪੂ ਇਹਦਾ ਮਤਲਬ ਕੀ ਦੱਸ ਸਕਾਂਗੇ? ਤੂੰ ਆਪਣੀ ਬੋਲੀ ਨੂੰ ਸਵਾਰੀਏ, ਭਲੇ ਦੇ ਵਚਨ ਮਹਾਰਾਜ ਕਹਿੰਦੇ ਕਰੀਏ। ਤੋ ਇਸ ਕਰਕੇ ਮਹਾਰਾਜ ਕਹਿਣ ਲੱਗੇ ਆਪਣੀ ਮਤ ਜਿਹੜੀ ਇਧਰੋਂ ਉਧਰੋਂ ਧਾਰਨ ਕੀਤੀ ਹੈ ਉਹਨੂੰ ਮਟੇ ਤੇ ਗੁਰੂ ਦੀ ਮਤ ਲੈ। ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਕਹਿੰਦੇ ਇਹ ਲੇਖਾ ਆਪਣੀ ਮਤ ਦੇ ਉੱਤੇ ਲਿਖ। ਇਧਰੋਂ ਤੂੰ ਲਿਖਿਆ, ਕਹਿ ਦਿੱਤਾ ਕਿਸੇ ਨੇ ਫਲਾਣੇ ਥਾਂ ਤੇ ਸਿਆਣਾ ਹੈ ਭੈਣੇ, ਉੱਥੇ ਚਲੀ ਜਾ। ਮਾੜਾ ਜਿਹਾ ਕੋਈ ਦੁੱਖ ਆ ਜਾਂਦਾ ਜ਼ਿੰਦਗੀ 'ਚ, ਸਾਧ ਸੰਗਤ ਤੇ ਜ਼ਿੰਦਗੀ ਦਾ ਪ੍ਰਵਾਹ ਚੱਲਦਾ ਏ। ਤੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਐ, ਸੁਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕਿ ਸੁੱਖ ਤੇ ਦੁੱਖ ਜ਼ਿੰਦਗੀ ਦੇ ਦੋ ਕੱਪੜੇ ਨੇ, ਇੱਕ ਆਉਂਦਾ ਏ ਇੱਕ ਜਾਂਦਾ ਏ। ਗੁਰਸਿੱਖ ਸੁੱਖ ਆਵੇ ਤੇ ਗੁਰੂ ਅੱਗੇ ਅਰਦਾਸ ਕਰਦਾ ਏ ਤੇ ਸ਼ੁਕਰਾਨਾ ਕਰਦਾ ਏ, ਦੁੱਖ ਆਵੇ ਤੇ ਗੁਰੂ ਅੱਗੇ ਹੀ ਅਰਦਾਸ ਕਰਦਾ ਏ। ਕਿਉਂਕਿ ਇੱਕ ਗੁਰੂ ਪਰਮੇਸ਼ਰ ਹੀ ਦਾਤਾ ਹੈ। ਮਹਾਰਾਜ ਕਹਿੰਦੇ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋਏ। ਤੇ ਇਹ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਜਿਹੜੀ ਮੈਂ ਬੇਨਤੀ ਕਰ ਰਿਹਾ ਏ ਉਹ ਮੇਰੀ ਇੱਥੋਂ ਹੀ ਹੋਣੀ ਪੂਰੀ, ਜੇ ਨਾ ਹੋਈ ਤੇ ਫਿਰ ਕਿਤੇੋਂ ਵੀ ਨਹੀਂ ਹੋਣੀ।
ਇਹ ਨਿਸ਼ਚਾ ਹੋਣਾ ਚਾਹੀਦਾ ਗੁਰਸਿੱਖ ਨੂੰ ਕਿ ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਤਰ ਆਣ ਨਾ ਬੀਆ ਤੇਰੀ ਸਮਸਰ। ਵੀ ਰੱਬ ਵਰਗਾ ਕੋਈ ਦੂਜਾ ਹੈ ਨਹੀਂ, ਨਾ ਉਹਦਾ ਕੋਈ ਸ਼ਰੀਕ ਹੈ। ਇਸ ਕਰਕੇ ਜੋ ਰੱਬ ਨੇ ਕਰਨਾ ਉਹੀ ਹੋਣਾ, ਉਹਦੇ ਬਿਨਾ ਕੋਈ ਦੂਜਾ ਕਰ ਕਰਾ ਨਹੀਂ ਸਕਦਾ। ਅੱਜ ਬੜਾ ਇਹ ਪਖੰਡ ਚੱਲ ਰਿਹਾ ਸਾਧ ਸੰਗਤ ਜੀ, ਕਈ ਲਾਲਚ ਵਸ ਆ ਰਹੇ ਆ, ਹੋ ਜਾਂਦੇ ਆ ਵੀ ਸਾਡੇ ਕੋਲ ਆ ਜਾਓ ਤੁਹਾਨੂੰ ਆਹ ਦੇ ਦੇਵਾਂਗੇ। ਤੇ ਕਈ ਜਿਹੜੇ ਆ ਉਹ ਬੰਦੇ ਨੂੰ ਪਹਿਲਾਂ ਭਰਮਾ ਦਿੰਦੇ ਆ ਵੀ ਤੁਹਾਡੇ ਭੂਤ ਪ੍ਰੇਤਾਂ ਦਾ ਵਾਸਾ ਏ, ਚਲੋ ਤੁਹਾਡੇ ਭੂਤ ਕੱਢ ਦਿੰਨੇ ਆ। ਕਈ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਹੁੰਦੀਆਂ, ਗੁਰੂ ਅੱਗੇ ਅਰਦਾਸ ਕਰਕੇ ਉਹਦਾ ਇਲਾਜ ਕਰੀਏ, ਬੰਦਾ ਠੀਕ ਹੋ ਜਾਂਦਾ ਤੇ ਗੁਰੂ ਮਿਹਰ ਕਰਦਾ। ਪਰ ਇੱਥੇ ਇੱਕ ਪ੍ਰੀ ਪਲਾਨ ਤਰੀਕਾ ਤੁਸੀਂ ਸੋਸ਼ਲ ਮੀਡੀਆ ਤੇ ਵੇਖੋਗੇ, ਉਹ ਬੰਦੇ ਨੂੰ ਫੂਕ ਮਾਰਦੇ ਡਿੱਗ ਪੈਂਦਾ, ਫਾਇਰ ਕਹਿ ਕੇ ਉਹਨੂੰ ਡੇਗ ਦਿੰਦੇ ਆ, ਉਹਨੂੰ ਠਾ ਦਿੰਦੇ ਆ। ਜਿੱਦਾਂ ਇੱਕ ਜਾਦੂਗਰ ਨਾਟਕ ਕਰਦਾ ਨਾ, ਇਦਾਂ ਉਹ ਨਾਟਕ ਕਰ ਰਹੇ ਆ। ਪਰ ਸੱਚ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਇਸ ਤਰ੍ਹਾਂ ਭੇਖ ਕਰਕੇ ਬੰਦਾ ਜਿੰਨੇ ਮਰਜ਼ੀ ਬੰਦੇ ਮਗਰ ਲਾ ਸਕਦਾ ਏ, ਪਰ ਅੰਤ ਨੂੰ ਇਹਨਾਂ ਦਾ ਹਾਲ ਬੜਾ ਮਾਰਾ ਹੋਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਭੇਖ ਦਿਖਾਏ ਜਗਤ ਕੋ ਲੋਗਣ ਕੋ ਬਸ ਕੀਨ। ਵਹਿਮ ਪਾ ਕੇ, ਭਰਮ ਵਿੱਚ ਪਾ ਕੇ ਆਪਣੇ ਮਗਰ ਲਾ ਲਿਆ, ਤੁਹਾਡੇ ਭੂਤ ਕੱਢ ਦਿੰਨੇ, ਤੁਹਾਡੀ ਦੁਆ ਕਰਕੇ ਤੁਹਾਨੂੰ ਠੀਕ ਕਰ ਦਿੰਨੇ ਆ। ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਤੇ ਸਚਾਈ ਇਹ ਹੈ, ਜਿਹਦਾ ਗੁਰੂ ਗ੍ਰੰਥ ਸਾਹਿਬ ਅੱਗੇ ਸਿੱਖ ਹੋ ਕੇ ਅਰਦਾਸ ਦੇ ਨਾਲ ਕਾਰਜ ਨਾ ਬਣਿਆ, ਉਹ ਜਿੰਨੀਆਂ ਮਰਜ਼ੀ ਦੁਆਵਾਂ ਪੜਾ ਲਵੇ, ਜਿਹੜੀ ਮਰਜ਼ੀ ਚਰਚ ਚਲਿਆ ਜਾਵੇ ਹੋ ਕੇ ਸਿੱਖ, ਉਹਦਾ ਕਿਤਿਓਂ ਕਾਰਜ ਨਹੀਂ ਰਾਸ ਆਉਣਾ। ਮੁੜ ਚੁਗ ਭੁੱਲ ਕੇ ਫਿਰ ਇੱਥੇ ਹੀ ਆਉਣਾ ਪੈਣਾ। ਗੁਰੂ ਅਮਰਦਾਸ ਜੀ ਨੇ ਬਚਨ ਕਹਿ ਦਿੱਤੇ ਆ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਏ। ਮੂਲਾ ਮਹਾਰਾਜ ਦੇ ਚਰਨਾਂ 'ਚ ਆਇਆ ਸੀ ਨਾ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਜਦੋਂ ਹਮਜਾ ਗੌਸ ਪੀਰ ਸ਼ਹਿਰ ਨੂੰ ਤਬਾਹ ਕਰਨ ਤੇ ਲੱਗਾ ਸੀ, ਤੇ ਮਹਾਰਾਜ ਨੇ ਕਿਹਾ ਸੀ ਵੀ ਚੰਗੇ ਵੀ ਐ ਮਾੜੇ ਵੀ ਬੰਦੇ। ਉਹ ਕਹਿੰਦਾ ਨਹੀਂ, ਸਾਰੇ ਮਾੜੇ ਹੀ ਐ। ਮਹਾਰਾਜ ਨੇ ਕਿਹਾ ਸੀ ਜਾ ਇੱਕ ਪੈਸੇ ਦਾ ਝੂਠ ਤੇ ਇੱਕ ਪੈਸੇ ਦਾ ਸੱਚ ਲਿਆ। ਤੇ ਸਾਧ ਸੰਗਤ ਭਾਈ ਮਰਦਾਨਾ ਜੀ ਗਏ ਮੂਲੇ ਦੇ ਕੋਲ, ਉਹਨੇ ਕਹਿ ਦਿੱਤਾ, ਲਿਖ ਦਿੱਤਾ ਵੀ ਜੀਣਾ ਜਿਹੜਾ ਏ ਉਹ ਝੂਠ ਤੇ ਮਰਨਾ ਸੱਚ ਹੈ। ਤੇ ਮਹਾਰਾਜ ਨੇ ਹਮਜਾ ਗੌਸ ਨੂੰ ਸਮਝਾਇਆ ਕਿ ਆਹ ਵੇਖ, ਇਹੋ ਜਿਹੇ ਵੀ ਹੈਗੇ ਜਿਹੜੇ ਜੀਣ ਨੂੰ ਝੂਠ ਤੇ ਮੌਤ ਨੂੰ ਸੱਚ ਮੰਨੀ ਬੈਠੇ ਆ। ਤੋ ਸਾਧ ਸੰਗਤ ਉਹਨੂੰ ਫਿਰ ਸਮਝਾਇਆ ਕਿ ਬੰਦਗੀ ਕਰਕੇ ਭਲਾ ਕਰਨਾ ਏ, ਨਾ ਕਿ ਚਲੀਸੇ ਕੱਟ ਕੇ ਤੂੰ ਸ਼ਹਿਰ ਨੂੰ ਜਾੜਨ ਤੇ ਲੱਗਾ ਹੋਇਆ ਏ। ਭਗਤੀ ਕਰਕੇ ਆਪਣੇ ਅੰਦਰੋਂ ਕ੍ਰੋਧ ਹੰਕਾਰ ਨੂੰ ਮੇਟ। ਤੇ ਫੇਰ ਮਹਾਰਾਜ ਨੇ ਕਿਹਾ ਚੱਲ ਮੂਲੇ ਕੋਲ ਚੱਲੀਏ। ਮੂਲੇ ਨੂੰ ਮਿਲੇ ਤੇ ਕਿਹਾ ਵੀ ਸੱਚਮੁੱਚ ਹੀ ਜੀਣ ਨੂੰ ਝੂਠ ਤੇ ਮੌਤ ਨੂੰ ਸੱਚ ਮੰਨਿਆ ਹੀ ਕਿ ਸੁਣੀ ਸੁਣਾਈ ਗੱਲ ਹੈ। ਇੱਕ ਹੁੰਦਾ ਸੁਣ ਸੁਣਾ ਕੇ ਚਲੇ ਜਾਣਾ। ਅਸੀਂ ਆਏ, ਆਪਾਂ ਬੋਲ ਗਏ, ਤੁਸੀਂ ਸੁਣ ਲਿਆ ਤੇ ਛੱਡ ਦਿੱਤਾ। ਪਰ ਭਾਗਾਂ ਵਾਲੇ ਉਹ ਹੋਣਗੇ ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਸ਼ਬਦ ਵਸ ਜਾਣਾ। ਕਿਉਂਕਿ ਇੱਕ ਬਚਨ ਹੈ ਕਵੀ ਦਾ कि जिनके दिन मनाते हो उनका अर्शदात भी समझो, जिनके दिन मनाते हो उनकी बात भी समझो। जिन्हां दे आपां दिन मना रहे हैं उन्हां दी आपां गल नूं भी समझना है। ते गुरु नानक साहब जी दी जिन्हां जिन्हां भी गल नूं समझिया, कदी सज्जन ठग ठगियां मारदा सी, पर जिद्दण गुरु नानक साहब जी दा एक वचन सुनिया कि सज्जन सेई नाल मैं चलदियां नाल चलन, जिथे लेखा मंगीया तिथे खड़े दसन। ते ओ सज्जन जेड़ा सी ठगियां छड्ड के ते गुरु जी दा सेवक संत बन गया, भगत बन गया। कदी भूमियां चोर चोरियां करदा सी ते महाराज ने एक वचन उचारिया ते कहा सी कि चोर की हामा भरे ना कोई, चोर किया चंगा क्यों होए, कि चोर दी हामा नहीं कोई भरदा। ते गुरु जी दा बचन सुन के मन च वसा के भूमिया चोर संत बन गया सी। कदी कौडा राक्षस दुनिया तो इन्ना सताया होया सी, बंदे मारन लग पिया सी, ते गुरु नानक साहब महाराज जी दी कृपा हुई। ओदे कोल एक शीशा सी, ओदे विच ओ वेख लैंदा सी, चंगे बंदे नूं नहीं सी मारदा, माड़े नूं मारदा सी। ओदे विच ओ शीशे ते जिहड़ा बंदे दा असली चेहरा सी ना ओनूं दिस पैंदा सी। ਉਹ ਇਸ ਤਰ੍ਹਾਂ ਦਾ ਸ਼ੀਸ਼ਾ ਸੀ, ਕਿਸੇ ਦਾ ਬਘਿਆੜ ਦਿਸ ਪੈਣਾ, ਕਿਸੇ ਵਿੱਚੋਂ ਕਾਂ, ਕਿਸੇ ਚੋਂ ਕੁੱਤੇ ਦਾ ਚਿਹਰਾ, ਕਿਉਂਕਿ ਉਹ ਬਿਰਤੀਆਂ ਬੰਦੇ ਦੀਆਂ ਅੰਦਰ ਜਿਹੜੀਆਂ ਉਹ ਸ਼ੀਸ਼ੇ ਚੋਂ ਦਿਸ ਪੈਂਦੀਆਂ ਸਨ, ਜਿਹੜਾ ਕੌਡੇ ਰਾਖਸ਼ ਕੋਲ ਸੀ। ਕਿਉਂਕਿ ਸੱਚ ਇੱਕ ਸਾਡਾ ਬਾਹਰੀ ਚਿਹਰਾ, ਇੱਕ ਸਾਡਾ ਅੰਦਰਲਾ ਚਿਹਰਾ ਹੈ। ਜਦੋਂ ਆਪਾਂ ਲੋਭ ਕਰਦੇ ਆ, ਪਰਾਇਆ ਹੱਕ ਖਾਂਦੇ ਆ, ਉਦੋਂ ਕੁੱਤੇ ਵਾਲੀ ਬਿਰਤੀ ਹੁੰਦੀ। ਮਹਾਰਾਜ ਕਹਿੰਦੇ ਜਿਉਂ ਕੂਕਰ ਹਰਕਾਇਆ ਧਾਵੈ ਦਿਸ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭਖ ਭਖ ਸਭ ਖਾਏ।
ਜਦੋਂ ਆਪਾਂ ਕਾਮ ਕ੍ਰੋਧ ਵਿੱਚ ਗਾਲੀ ਗਲੋਚ ਕਰਦੇ ਹਾਂ, ਉਦੋਂ ਕਾਂ ਦੀ ਜੂਨ ਵਿੱਚ ਪਏ ਹੁੰਦੇ ਆ, ਜਿੱਥੋਂ ਮਰਨ ਤੋਂ ਬਾਅਦ ਵੀ ਜੂਨਾਂ 'ਚ ਪੈਂਦੇ ਆ। ਇੱਥੇ ਵੀ ਹੈ। ਤੋ ਉਹ ਸਾਰੀਆਂ ਬਿਰਤੀਆਂ ਬੰਦੇ ਦੇ ਅੰਦਰ ਦਾ ਇੱਕ ਸਰੂਪ ਹੈ, ਜਿਹੜਾ ਅਸੀਂ ਜਾਣਦੇ ਹਾਂ ਆਪਣੇ ਆਪ ਨੂੰ, ਤੇ ਸਾਡਾ ਗੁਰੂ ਸਾਨੂੰ ਜਾਣਦਾ ਹੈ। ਸੰਸਾਰ ਵਿੱਚ ਆਪਾਂ ਧਰਮੀ ਚੰਗੇ ਬਣ ਸਕਦੇ ਹਾਂ ਬਾਹਰੀ ਜਿਹੜਾ ਲਿਬਾਸ ਪਾ ਕੇ, ਪਰ ਗੁਰੂ ਨੂੰ ਉਦੋਂ ਪ੍ਰਵਾਨ ਹੋਵਾਂਗੇ, ਗੁਰੂ ਸਾਡਾ ਅੰਦਰ ਵੇਖਦਾ ਹੈ, ਜਾਣਦਾ ਹੈ। ਇਸ ਕਰਕੇ ਮਹਾਰਾਜ ਨੇ ਸਾਨੂੰ ਜਿੱਥੇ ਬਾਹਰੀ ਪਹਿਰਾਵਾ ਬਹੁਤ ਜ਼ਰੂਰੀ ਕਿਹਾ ਦੱਸਿਆ ਹੈ ਨਾ, ਉੱਥੇ ਸਾਨੂੰ ਅੰਦਰੋਂ ਵੀ ਮਹਾਰਾਜ ਨੇ ਨਾਲ ਨਾਲ ਨਿਰਮਲ ਹੋਣ ਦਾ ਹੁਕਮ ਕੀਤਾ। ਤੋ ਕੌਡਾ ਰਾਖਸ਼ ਵੇਖ ਲੈਂਦਾ ਸੀ ਵੀ ਇਹ ਬੰਦਾ ਕਿਸ ਤਰ੍ਹਾਂ ਦਾ ਹੈ, ਪਰ ਜਦੋਂ ਉਹਨੇ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਤੇ ਉਹ ਸ਼ੀਸ਼ੇ 'ਚ ਨਿਰਾ ਨੂਰ ਹੀ ਨੂਰ, ਜੋਤ ਹੀ ਜੋਤ ਦਿਸੀ ਬੰਦਾ, ਕਿਉਂਕਿ ਗੁਰੂ ਨਾਨਕ ਸਾਹਿਬ ਮਨੁੱਖ ਨਹੀਂ ਪਰਮਾਤਮਾ ਸਨ। ਤੋ ਸਾਧ ਸੰਗਤ ਮਹਾਰਾਜ ਦੇ ਚਰਨੀ ਢਹਿ ਪਿਆ, ਤੇ ਉਹ ਕੌਡਾ ਰਾਖਸ਼ ਜਿਹੜਾ ਸੀ, ਰਾਖਸ਼ਾਈ ਛੱਡ ਕੇ ਸੰਤ ਬਣ ਕੇ ਆਪ ਤਰਿਆ ਬਾਣੀ ਨਾਲ ਜੁੜ ਕੇ, ਤੇ ਬੇਅੰਤ ਜੀਵਾਂ ਦਾ ਪਾਰ ਉਤਾਰਾ ਉਸਨੇ ਕੀਤਾ। ਆ ਭੈਣਾਂ ਬੀਬੀਆਂ ਨੂਰ ਸ਼ਾਹ ਜਾਦੂਗਰਨੀ ਦੀ ਸਾਖੀ ਸੁਣ ਲੈਣ, ਕਿਉਂਕਿ ਜਿੰਨਾ ਮਾਣ ਸਾਨੂੰ ਗੁਰੂ ਨਾਨਕ ਦੇ ਘਰ ਵਿੱਚੋਂ ਮਿਲਿਆ ਨਾ, ਬੀਬੀ ਨੂੰ ਇੰਨਾ ਕਿਤੋਂ ਨਹੀਂ ਮਿਲਿਆ। ਸਾਰਾ ਦੁਨੀਆ ਦਾ ਕਦੀ ਜੋਗੀ ਕਹਿੰਦਾ ਸੀ ਕਿ ਇਹ ਔਰਤ ਤੇ ਨਰਕ ਦੀ ਦੁਆਰੀ ਹੈ। ਮਾਓ ਕਹਿ ਮੇਰਾ ਪੂਤ ਵਿਆਹਿਆ, ਦਾਮ ਕਾਰਡ ਬਾਗੜ ਲਿਆ, ਕਹਿੰਦਾ ਇਹ ਬਘਿਆੜਨੀ ਨੇ ਸਾਰੇ ਘਰ ਨੂੰ ਖਾ ਜਾਣਾ। ਕੋਈ ਕਹਿੰਦਾ ਸੀ ਤੁਲਸੀਦਾਸ ਵਰਗਾ ਪਸ਼ੂ ਢੋਰ ਸੂਦਰ ਅਰ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਇਸਲਾਮ ਮਤ ਵਿੱਚ ਕਹਿੰਦੇ ਸੀ ਔਰਤ ਅੱਜ ਵੀ ਮਸਜਿਦ ਦੇ ਵਿੱਚ ਨਹੀਂ ਜਾ ਸਕਦੀ। ਈਸਾਈ ਮਤ ਦੇ ਵਿੱਚ ਕਿਹਾ ਜਾਂਦਾ ਵੀ ਰੱਬ ਨੇ ਪਹਿਲਾਂ ਆਦਮ ਬਣਾਇਆ, ਤੇ ਫਿਰ ਬੰਦੇ ਦਾ ਜੀ ਨਹੀਂ ਸੀ ਲੱਗਦਾ, ਤੇ ਉਹਦੀ ਪਸਲੀ ਵਿੱਚੋਂ, ਲੱਤ ਦੀ ਪਸਲੀ ਚੋਂ ਹੱਡੀ ਕੱਢ ਕੇ ਉਹਦੇ ਤੋਂ ਔਰਤ ਬਣਾਈ। ਪਰ ਮੇਰੇ ਦੀਪੀ ਇਹ ਬੰਦੇ ਤੋਂ ਨਿਕਲੀ ਹੈ। ਪਰ ਮੇਰੇ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਕਹਿੰਦੇ ਨੇ, ਨਹੀਂ ਇੱਥੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ। ਇਹ ਸਾਰੇ ਇੱਕ ਵਾਹਿਗੁਰੂ ਤੋਂ ਕੀਤਾ ਪਸਾਓ, ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਸਾਰੇ ਰੱਬ ਨੇ ਇੱਕੋ ਪਰਮਾਤਮਾ ਨੇ ਬਣਾਏ ਆ। ਤੇ ਇੱਥੋਂ ਤੱਕ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਨੂੰ ਤਾਰਨ ਜਾਣਾ ਸੀ ਨਾ, ਤੇ ਸਾਧ ਸੰਗਤ ਜੀ ਭਾਈ ਮਰਦਾਨਾ ਨੂੰ ਕਿਹਾ ਕਿ ਜਾ ਬੇਬੇ ਨਾਨਕੀ ਕੋਲ ਜਾ, ਉਹਦੇ ਕੋਲੋਂ ਪੈਸੇ ਲੈ ਤੇ ਰਬਾਬ ਲੈ ਕੇ ਆਉਣੀ ਆਪਾਂ, ਜਿਹੜਾ ਸੱਚ ਧਰਮ ਦਾ ਪ੍ਰਚਾਰ ਕਰਨਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਕੀ ਲੋੜ ਹੈ ਬੇਬੇ ਨਾਨਕੀ ਕੋਲੋਂ ਪੈਸੇ ਲੈਣ ਦੀ? ਤੁਹਾਡੀ ਮਾਇਆ ਤੇ ਨਵਾਬ ਦੌਲਤ ਖਾਂ ਦੇ ਕੋਲ ਹੈਗੀ ਹੈ, ਕਿੰਨੀ ਸਾਰੀ ਪਈ, ਜਿਹੜਾ ਤੁਸੀਂ ਉੱਥੇ ਸੇਵਾ ਕੀਤੀ ਹੈ, ਡਿਊਟੀ ਨਿਭਾਈ ਮੋਦੀ ਖਾਨੇ 'ਚ, ਜਿੱਥੇ ਤੁਸੀਂ 13-13 ਤੋਲਿਆ ਏ, ਜਿੱਥੇ ਤੁਹਾਨੂੰ ਇਹ ਕਿਹਾ ਗਿਆ ਸੀ ਕਿ ਤੂੰ 13-13 ਤੋਲੀ ਜਾਣਾ ਏ, ਸਭ ਕੁਝ ਬਰਬਾਦ ਹੋ ਜਾਵੇਗਾ, ਉੱਜੜ ਜਾਵੇਗਾ। ਤੇ ਮਹਾਰਾਜ ਨੇ ਕਿਹਾ ਸੀ, ਭਾਈ ਮਰਦਾਨਿਆ ਕਦੀ ਕੋਈ 13-13 ਕਰਕੇ ਨਹੀਂ ਡੁੱਬਦਾ, ਕਦੀ 13-13 ਕਰਕੇ ਨਹੀਂ ਉੱਜੜਦਾ। ਉੱਜੜਦਾ ਡੁੱਬਦਾ ਉਦੋਂ ਹੀ ਹੈ ਜਦੋਂ ਮੇਰਾ ਮੇਰਾ ਕਰਦਾ ਏ, ਜਦੋਂ ਮੈਂ ਕਰਦਾ ਏ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਾ ਸਰੈ, ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਤੇ ਮਹਾਰਾਜ ਜੀ ਉਹ ਪੈਸੇ ਲੈ ਆਈਏ, ਬੇਬੇ ਨਾਨਕੀ ਕੋਲੋਂ ਹੀ ਕਿਉਂ ਲੈਣੇ ਆ? ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਭਾਈ ਮਰਦਾਨਾ ਜੀ ਅੱਜ ਤੱਕ ਜਿੰਨੇ ਵੀ ਪੰਥ ਸੰਸਾਰ ਚੱਲੇ ਨੇ ਪੁਰਸ਼ ਪ੍ਰਧਾਨ ਨੇ, ਪਰ ਜਿਹੜਾ ਅਕਾਲ ਪੁਰਖ ਦੇ ਹੁਕਮ ਵਿੱਚ ਅਸੀਂ ਨਿਰਮਲ ਤੇ ਨਿਆਰਾ ਪੰਥ ਚਲਾ ਕੇ ਜਾ ਰਹੇ ਆ ਨਾ, ਇਹ ਪੰਥ ਜਿਹੜਾ ਹੈ ਇਹਦੇ ਵਿੱਚ ਅਸੀਂ ਪਹਿਲਾ ਯੋਗਦਾਨ ਇੱਕ ਔਰਤ ਦਾ ਪਾਉਣਾ ਹੈ। ਇਸ ਕਰਕੇ ਬੇਬੇ ਨਾਨਕੀ ਕੋਲੋਂ ਪੈਸੇ ਲਿਆ, ਉਹਦੀ ਰਬਾਬ ਲੈਣੀ ਹੈ, ਫਿਰ ਜਗਤ ਨੂੰ ਉਹ ਰਸਨਾ ਤੋਂ ਬਾਣੀ ਉਚਾਰ ਕੇ ਜਗਤ ਨੂੰ ਤਾਰਨਾ ਹੈ। ਤੋ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬੇਬੇ ਨਾਨਕੀ ਦਾ ਉਹ ਯੋਗਦਾਨ ਪਾ ਕੇ ਪਹਿਲਾ ਯੋਗਦਾਨ ਪਾਇਆ। ਪਹਿਲੀ ਔਰਤ ਵੀ ਪਛਾਣਨ ਵਾਲੀ ਗੁਰੂ ਨਾਨਕ ਨੂੰ ਬੇਬੇ ਨਾਨਕੀ। ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਔਰਤ ਦਾਈ ਦੌਲਤਾਂ ਤੇ ਗੁਰੂ ਦੀ ਸਿੱਖ ਵੀ ਬੇਬੇ ਨਾਨਕੀ। ਇਹ ਮਾਤਾਵਾਂ ਭੈਣਾਂ ਨੂੰ ਮਾਣ ਕਰਨਾ ਚਾਹੀਦਾ ਹੈ। ਫਿਰ ਗੁਰੂ ਸਾਹਿਬ ਨੇ ਸਾਨੂੰ ਭਾਈਆਂ ਨੂੰ ਸਿੰਘ ਬਣਾਇਆ, ਬੀਬੀਆਂ ਨੂੰ ਔਰਤ ਕੌਰ ਕਿਹਾ। ਇਹ ਮੇਰੀਆਂ ਸੁਪੁੱਤਰੀਆਂ ਧੀਆਂ ਨੇ ਅੱਜ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਜਿਹੜਾ ਮਾਣ ਸਾਨੂੰ ਗੁਰੂ ਨਾਨਕ ਦੇ ਘਰ ਵਿੱਚ ਮਿਲਿਆ ਉਹ ਸੰਸਾਰ ਵਿੱਚ ਹੋਰ ਕਿਤੇ ਨਹੀਂ ਮਿਲਣਾ। ਇਹ ਭੈਣਾਂ ਦਾ ਵੀ ਫਰਜ਼ ਆਪਣੇ ਬੱਚਿਆਂ ਨੂੰ ਗੁਰਮਤ ਨਾਲ ਆਪ ਜੋੜਨਾ। ਅਸੀਂ ਬਾਬਾ ਬੁੱਢਾ ਜੀ ਦੇ ਸਥਾਨ ਤੇ ਵੇਖਦੇ ਆ, ਛੋਟੇ ਛੋਟੇ ਬੱਚਿਆਂ ਦੇ ਕੇਸ ਕਤਲ ਕਰਾਏ ਹੁੰਦੇ, ਜੰਮਦਿਆਂ ਨੂੰ ਗੁਰੂ ਨਾਲੋਂ ਤੋੜ ਦਿੱਤਾ। ਵੱਡਾ ਭਟਕਿਆ ਉਹਦੇ ਅੱਗੇ ਬੇਨਤੀ ਕਰਨੀ ਆ ਵੀ ਗੁਰੂ ਦੇ ਚਰਨੀ ਲੱਗ, ਤੁਸੀਂ ਤੇ ਬੱਚਿਆਂ ਨੂੰ ਹੀ ਤੋੜ।
ਤੇ ਇਹਨੂੰ ਬੋਝ ਨਹੀਂ ਸਮਝਣਾ, ਇਹਨੂੰ ਗੁਰੂ ਦੀ ਸੇਵਾ ਸਮਝ ਕੇ ਬੱਚਿਆਂ ਦੇ ਕੇਸ ਰੱਖਣੇ, ਆਪ ਗੁਰੂ ਨਾਲ ਜੁੜਨਾ ਏ। ਫੈਸ਼ਨ ਪ੍ਰਸਤੀ ਛੱਡ ਕੇ ਸਾਬਤ ਸੂਰਤ ਸਿੰਘ ਬਣੀਏ। ਸਾਡੇ ਘਰਾਂ 'ਚ ਚੰਗੇ ਗੁਰਮੁਖ ਸੂਰਮੇ ਜਿਹੜੇ ਆ ਉਹ ਸਾਧ ਸੰਗਤ ਜਨਮ ਲੈਣਗੇ ਤੇ ਭੈਣਾਂ ਨੂੰ ਕਹਿਣ, ਭੈਣਾਂ ਅਸੀਂ ਵਰਤ ਨਹੀਂ ਰੱਖਣੇ, ਗੁਰੂ ਨੇ ਪਖੰਡ ਕਿਹਾ ਏ। ਅਸੀਂ ਸ਼ਰਾਧ ਨਹੀਂ ਕਰਨੇ, ਅਸੀਂ ਮੜੀਆਂ ਮਸਾਣੀਆਂ ਨਹੀਂ ਪੂਜਣਾ, ਸਾਨੂੰ ਪੂਜੋ ਰਾਮ ਏਕ ਹੀ ਦੇਵਾ। ਸਾਡਾ ਜਾਗਦਾ ਜਿਉਂਦਾ ਗੁਰੂ, ਗੁਰੂ ਗ੍ਰੰਥ ਸਾਹਿਬ ਹੈ ਮਹਾਰਾਜ, ਸਾਨੂੰ ਇਹਦੇ ਲੜ ਲਾਇਆ। ਤੋ ਸਾਧ ਸੰਗਤ ਮਹਾਰਾਜ ਨੇ ਤਾਰਿਆ। ਮੈਂ ਇੱਕੋ ਨਿੱਕੀ ਜੀ ਬੇਨਤੀ ਕਰਕੇ ਸਮਾਪਤੀ ਕਰਾਂ ਕਿ ਉਸ ਵੇਲੇ ਮੂਲੇ ਨੇ ਜਦੋਂ ਮਿਲੇ ਮਹਾਰਾਜ ਤੇ ਸਾਧ ਸੰਗਤ ਨੂਰ ਸ਼ਾਹ ਜਾਦੂਗਰਨੀ ਦੀ ਗੱਲ ਕਰ ਰਿਹਾ ਸੀ, ਉਹ ਇੱਕ ਬਚਨ ਸੁਣ ਕੇ ਸੰਤ ਬਣ ਗਈ। ਉਹਨੇ ਜਾਦੂ ਟੂਣੇ ਛੱਡ ਕੇ ਬਾਣੀ ਨਾਲ ਜੁੜ ਕੇ ਗੁਣ ਜੀਵਨ ਸਵਾਰ ਲਿਆ। ਮਹਾਰਾਜ ਦਾ ਬਚਨ ਸੁਣਿਆ, ਗੁਣਵੰਤੀ ਸੋ ਰਾਵਿਆ ਨਿਰਗੁਣ ਕੂਕੇ ਕਾਏ, ਜੇ ਗੁਣਵੰਤੀ ਥੀ ਰਹੇ ਤਾਂ ਭੀ ਸੋ ਰਾਵਣ ਜਾਏ। ਮੂਲਾ ਖੱਤਰੀ ਮਹਾਰਾਜ ਦੀ ਸ਼ਰਨ ਚ ਆਇਆ, ਸਿੱਖ ਬਣਿਆ। ਦੂਜੀ ਵਾਰੀ ਸਿਆਲਕੋਟ ਗਏ ਤੇ ਭਟਕ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਵਾਲੀ ਦੇ ਕਹਿਣ ਤੇ ਲੁਕ ਗਿਆ ਤੇ ਬੇਮੁਖ ਹੋ ਗਿਆ, ਮੌਤ ਆ ਗਈ। ਤੇ ਫੇਰ ਗੁਰੂ ਜੀ ਦੇ ਚਰਨਾਂ 'ਚ ਲੈ ਕੇ ਆਏ, ਮਹਾਰਾਜ ਬਖਸ਼ ਲਓ। ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਭਾਈ ਇਹ ਗੁਰੂ ਦਾ ਏ, ਪਰ ਇਹ ਬੇਮੁਖ ਹੋ ਗਿਆ ਸੀ, ਪਰ ਫੇਰ ਤੁਸੀਂ ਲੈ ਆਏ ਹੋ, ਹੁਣ ਇਹਨੂੰ 10ਵੇਂ ਜਾਮੇ 'ਚ ਜਾ ਕੇ ਬਖਸ਼ਾਂਗੇ। ਫੇਰ ਮਹਾਰਾਜ ਨੇ ਸਹਿ ਦੀ ਜੂਨ 'ਚ ਪਿਆ ਸੀ ਤੇ 10ਵੇਂ ਪਾਤਸ਼ਾਹ ਨੇ ਉਹਦਾ ਉਧਾਰ ਕੀਤਾ। ਇਸ ਕਰਕੇ ਬੇਨਤੀ ਹੈ, ਮਹਾਰਾਜ ਕਹਿੰਦੇ ਇਹ ਮਾਨਸ ਜਨਮ ਅਮੋਲ ਹੈ, ਮਿਲਣੇ ਕੀ ਵੇਲਾ। ਜੇ ਤੇ ਭਟਕਣਾ ਏ ਫਿਰ ਇੱਧਰ ਉੱਧਰ ਦੁਆਵਾਂ ਕਰਾ ਲਓ, ਚਰਚਾਂ ਵਿੱਚ ਭਟਕ ਲਓ ਜਿੰਨਾ ਮਰਜੀ, ਆਖਰ ਨੂੰ ਸੁਖ ਮੂਲੇ ਵਾਂਗੂ ਗੁਰੂ ਨੇ ਹੀ ਕਲਿਆਣ ਕਰਨੀ ਹੈ। ਤੇ ਕਿੰਨਾ ਚੰਗਾ ਹੋਵੇ ਕਿ ਐਵੇਂ ਇੱਧਰ ਉੱਧਰ ਥਾਂ ਦੀ ਭਟਕਣ ਦੀ ਥਾਂ ਤੇ ਇਸੇ ਜਨਮ 'ਚ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਗੁਰੂ ਦੇ ਚਰਨੀ ਲੱਗ ਕੇ ਆਪਣਾ ਜੀਵਨ ਸਵਾਰੀਏ। ਕਿਉਂਕਿ ਜਿਤੜੇ ਫਲ ਮਨ ਵਾਸੀਏ, ਤਿਤੜੇ ਸਤਿਗੁਰ ਪਾਸ। ਭਾਈ ਰੇ ਮਤ ਕੋਈ ਜਾਣੋ ਕਿਸੀ ਕਹਿ ਕੇ ਸ਼ਹਾਤ ਹੈ, ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਂਪ। ਸਭ ਹਰ ਕੇ ਵਸੈ ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਇਹ ਨਿਸ਼ਚਾ ਕਰ ਲਈਏ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮੇਰਾ ਗੁਰੂ ਗੁਰੂ ਨਾਨਕ ਸਾਹਿਬ ਸਾਰਿਆਂ ਨਾਲੋਂ ਵੱਡਾ ਅਕਾਲ ਪੁਰਖ ਦਾ ਰੂਪ ਹੈ। ਤੇ ਜਿਨਨੇ ਐਸੇ ਗੁਰੂ ਨਾਨਕ ਦੇ ਚਰਨ ਪਰਸੇ ਨੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰਿਓ। ਕਦੀ ਗਰਭ ਵਿੱਚ ਨਹੀਂ ਪਿਆ, ਉਹ ਜਨਮ ਮਰਨ ਤੋਂ ਆਵਾ ਗਾਉਣ ਤੋਂ ਮੁਕਤ ਹੋ ਗਿਆ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹੀ ਕੋਏ। ਗੁਰੂ ਵਾਲੇ ਬਣੀਏ, ਖੰਡੇ ਬਾਟੇ ਦਾ ਅਮਰ ਛਕ ਕੇ ਸਿੰਘ ਸਜੀਏ, ਸਾਬਤ ਸੂਰਤ ਹੋਈਏ। ਨਸ਼ਿਆਂ ਪੱਤਿਆਂ ਦਾ ਤਿਆਗ ਕਰਕੇ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਸਵਾਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਰਿਆਂ ਨੂੰ ਗੁਰਸਿੱਖੀ ਗੁਰਮਤ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਜੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਬੜਾ ਸੋਹਣਾ ਉਪਰਾਲਾ ਕੀਤਾ ਏ। ਪਿਛਲੇ ਸਾਲ ਵੀ ਸਮਾਗਮ ਰੱਖਿਆ ਸੀ, ਹੋਰ ਵੀ ਜਿੰਨੇ ਲਾਗੇ ਲਾਗੇ ਨਗਰ ਨੇ, ਜੱਟੇ ਵੀ ਬਹੁਤ ਸੋਹਣਾ, ਮਹਾਰਾਜ ਦੀ ਚੜ੍ਹਦੀ ਕਲਾ ਹੈ। ਤੋ ਸਾਰੇ ਨਗਰਾਂ ਨੂੰ ਬੇਨਤੀ ਹੈ, ਭਾਵੇਂ ਛੋਟੇ ਰੂਪ ਦੇ ਵਿੱਚ ਹੀ ਤੁਸੀਂ ਰਚੋ, ਇਹ ਸਾਡੇ ਸਾਰਿਆਂ ਦਾ ਫਰਜ਼। ਮਹਾਰਾਜ ਨੇ ਸਾਨੂੰ ਆਪਣੇ ਧੀਆਂ ਪੁੱਤਰ ਕਿਹਾ, ਸਰਬੰਸ ਵਾਰਿਆ। ਤੋ ਆਪਣੇ ਨਗਰਾਂ 'ਚ ਇਹੋ ਜਿਹੇ ਗੁਰਮਤਿ ਸਮਾਗਮ ਲੀਕੋ। ਆਪਾਂ ਨਸ਼ੇ ਪੱਤੇ ਛੱਡ ਕੇ ਗੁਰੂ ਦੇ ਸਿੰਘ ਸੱਜ ਕੇ ਆਪ ਤਰੀਏ, ਆਪਣੇ ਬੱਚਿਆਂ ਨੂੰ ਗੁਰੂ ਦੇ ਰਾਹ ਉੱਤੇ ਤਾਰ ਕੇ ਚਲਾ ਕੇ ਉਹਨਾਂ ਦਾ ਵੀ ਕਲਿਆਣ ਹੋਵੇ। ਸਾਰੇ ਨਗਰ ਜਿਹੜੇ ਆ, ਜਿੰਨੇ ਵੀ ਆਪਣੀ ਸਮਰੱਥਾ ਅਨੁਸਾਰ ਇਹੋ ਜਿਹੇ ਗੁਰਮਤਿ ਸਮਾਗਮ ਲੀਕੋ, ਰਲ ਮਿਲ ਕੇ ਗੁਰੂ ਜੀ ਦੀ ਸੇਵਾ ਲੱਗ ਕੇ ਆਪਣਾ ਜੀਵਨ ਸਵਾਰੀਏ। ਬਹੁਤ ਵਧੀਆ ਸਾਰਾ ਪ੍ਰਬੰਧ ਹੈ। ਟੈਂਟ ਸਾਊਂਡ ਵਾਲੇ ਮੇਰੇ ਵੀਰ ਜੀ ਦਲਜੀਤ ਸਿੰਘ ਜੀ ਸਿੰਘੋਕੇ, ਉਹ ਵੀ ਬੜੇ ਦਿਨ ਜਿਹੜੇ ਲਾਈਵ ਵੀ ਕਰ ਰਹੇ ਨੇ, ਤੇ ਇਹ ਸਾਰੀ ਸੇਵਾ ਨਾਲ ਸਾਰੀਆਂ ਸੰਗਤਾਂ ਦੇ ਕਰ ਰਹੇ ਨੇ। ਗੁਰੂ ਕਿਰਪਾ ਕਰੇ, ਸਭਨਾਂ ਦੀ ਚੜ੍ਹਦੀ ਕਲਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਪਿਆਰ ਸਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।